सत श्री अकाल। न्यूज़ 18 पंजाब हरियाणा हिमाचल तुसीं देख रहे हो। गौरव शुक्ला मैं हां तुहाडे नाल हाज़र हां खबरां दा प्राइम टाइम लैके। ते प्राइम टाइम दे विच अज गल हथियार दी, सियासत दे विच वरते जांदे हथियारां दी। कहा जांदा है कि चोणां दे विच जित दे लई सियासी पार्टियां उम्मीदवार साम दाम दंड भेद यानी हर हिला वसीला करके जित दी कोशिश करदियां ने ताकि पर्चियां वाले हथियार भी वरते जांदे ने या वरते जा रहे ने। यह मुद्दा जिस लई क्योंकि बिक्रम मजीठिया नूं सुप्रीम कोर्ट तो राहत मिली है ते राहत देण समय देश के चीफ जस्टिस ने कुछ अहम टिप्पणियां भी कीतियां ते स्पष्ट शब्दां दे विच कहा कि चोणां तो पहलां अजिहे मामलिਆਂ ਦਾ सामने आउणा सवालों के घेरे दे विच जरूर है। हुण सवाल यही है कि वाकई परचे नवां सियासी हथियार ने कि वाकई इन्हां दोवें चीज़ां नूं, क्योंकि एजेंसियां कार्रवाई करदी ने आम तौर पर जो सत्ता दे विच जिहड़ी भी पार्टी होवे कोई भी होवे, चाहे इस समय कांग्रेस पंजाब दे विच है, सेंटर दे विच बीजेपी है, तो ਜਿਹੜੀਆਂ ਪੋਲੀਟੀਕਲ ਪਾਰਟੀਆਂ ਸੱਤਾ ਦੇ ਵਿੱਚ ਹੁੰਦੀਆਂ ਨੇ, ਇਸ ਤੋਂ ਪਹਿਲਾਂ ਕਾਂਗਰਸ ਸੈਂਟਰ ਦੇ ਵਿੱਚ ਰਹੀ ਹੈ, ਅਕਾਲੀ ਭਾਜਪਾ ਪੰਜਾਬ ਦੇ ਵਿੱਚ ਰਹੀ ਹੈ, ਤਾਂ ਜਿਹੜੀਆਂ ਸੱਤਾ ਦੇ ਵਿੱਚ ਪਾਰਟੀਆਂ ਹੁੰਦੀਆਂ ਨੇ ਉਹ ਦਾਅਵਾ ਕਰਦੀਆਂ ਨੇ ਕਿ ਏਜੰਸੀਆਂ ਕਾਰਵਾਈ ਕਰ ਰਹੀਆਂ ਨੇ ਜਾਂ ਪੁਲਿਸ ਕਾਰਵਾਈ ਕਰ ਰਹੀ ਹੈ, ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਤਾਂ ਕਿ ਬਾਕੀ ਜੋ ਕਾਰਵਾਈ ਹੋ ਰਹੀ ਹੈ ਉਸ ਨੂੰ ਤੇ ਦੂਜੇ ਪਾਸੇ ਇਲੈਕਸ਼ਨ ਨੂੰ ਬਿਲਕੁਲ ਅਲੱਗ-ਅਲੱਗ ਰੱਖਿਆ ਜਾਵੇ ਔਰ ਕਿ ਬਾਕੀ ਇੱਕ ਦੂਜੇ ਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ ਕਿ ਜੇ ਈਡੀ ਦਾ ਛਾਪਾ ਪਿਆ ਤਾਂ ਇਲੈਕਸ਼ਨ ਤੇ ਕੋਈ ਪ੍ਰਭਾਵ नहीं होएगा या फिर जे किसी दे उत्ते गिरफ्तारी दी तलवार लटकदी है या गिरफ्तार कोई हो जाता है ताकि उसका इलैक्शन दे उत्ते कोई प्रभाव नहीं पएगा। एक बड़ा सवाल जरूर है पर चीफ जस्टिस की टिप्पणी बहुत कुछ इशारा कर रही है। तो हुण सवाल यही है कि अदालत दे विच भी चोण अखाड़ा बन गया है। ਅੰਮ੍ਰਿਤਸਰ ਈਸਟ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਬਿਕਰਮ ਮਜੀਠੀਆ ਹੁਣ ਖੁੱਲ ਕੇ ਚੋਣ ਪ੍ਰਚਾਰ ਕਰ ਸਕਣਗੇ। ਡਰੱਗ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਗਾ ਦਿੱਤੀ। ਹਾਲਾਂਕਿ ਉਹਨਾਂ ਨੂੰ ਚੋਣਾਂ ਤੋਂ ਬਾਅਦ 23 ਫਰਵਰੀ ਤੱਕ ਸਰੈਂਡਰ ਕਰਨਾ ਹੋਵੇਗਾ। ਉੱਥੇ ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੂੰ ਕਰੜੀ ਝਾੜ ਵੀ ਪਾਈ ਅਤੇ ਕਿਹਾ ਸੀਜੀਆਈ ਮੁਤਾਬਕ ਇਸ ਤਰ੍ਹਾਂ ਦੇ ਅਪਰਾਧਿਕ ਮਾਮਲੇ विधान सभा चोणां तो ठीक पहला सियासी विरोधियों के खिलाफ अचानक आना शुरू हो गए ने। सीजीआई कहता है कि यह कहते हुए अफसोस है कि सिमरजीत सिंह बैंस के खिलाफ भी मामला दर्ज किया गया सी जो चोणां तो पहला ही सामने आया सी। सीजीआई अगे कहता है कि असी ये नहीं कह रहे कि ड्रग माफिया ते कंट्रोल ना करो पर चोणां 20 फरवरी नूं होण देण, घट्टो घट्ट नामजदगी दाखिल करने की इजाजत देण। इसलिए अदालत ने हुक्म दिता है कि मजीठिया नूं 23 फरवरी तक गिरफ्तार नहीं किया जाना चाहिए, ये देखते हुए कि 20 फरवरी नूं विधान सभा चोणां होण वालियां ने। दिल्ली तो सुशील पांडे, न्यूज़ 18 पंजाब। ਤਾਂ ਜਿਸ ਮੁੱਦੇ ਉੱਤੇ ਹੀ ਚਰਚਾ ਹੋਵੇਗੀ ਸਭ ਤੋਂ ਪਹਿਲਾਂ ਤੁਹਾਡਾ ਤਾਰੂਫ ਕਰਵਾਉਂਦੇ ਹਾਂ ਮਹਿਮਾਨਾਂ ਦੇ ਨਾਲ। ਜਿਹੜੇ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ ਇਸ ਚਰਚਾ ਦੇ ਵਿੱਚ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ ਅਮਿਤ ਬਾਵਾ ਜੀ। ਅਮਿਤ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਅਹਿਬਾਬ ਗਰੇਵਾਲ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸਾਡੇ ਨਾਲ ਅਰਸ਼ਦੀਪ ਕਲੇਰ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਔਰ ਸਾਡੇ ਨਾਲ ਹਰਜੀਤ ਗਰੇਵਾਲ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਰਸ਼ਦੀਪ ਕਲੇਰ ਜੀ, ਅੱਜ ਸ਼ੁਰੂਆਤ ਤੁਹਾਡੇ ਤੋਂ। एक पासे राहत है बिक्रम मजीठिया दे लई 23 तरीक तक लाजमी तौर पर एक इलैक्शन के मौसम के एक वड्डी राहत है, पर दूजे पासे ये टिप्पणियां भी थोड़ी राहत दे रही होनी जो चीफ जस्टिस के वल्लों कीतियां गईयां ने। देखो गौरव जी, कोर्ट ने रज के जलील किया। मैनू ये समझ नहीं आती कि इन्होंने फील किया कि नहीं किया। ਤੁਸੀਂ ਅੱਜ ਦੇਖੋ ਕਿ ਦੇਸ਼ ਦੀ ਸੁਪਰੀਮ ਕੋਰਟ ਨੂੰ ਇਹ ਗੱਲ ਕਹਿਣੀ ਪੈਗੀ ਕਿ ਇੱਕ ਪੋਲੀਟੀਕਲ ਵੈਂਡੇਟੇ ਤਹਿਤ ਸਿਰਫ ਤੁਸੀਂ ਇਸ ਗੱਲ ਕਰਕੇ ਪੋਲੀਟੀਕਲ ਓਪੋਨੈਂਟ ਉੱਤੇ ਕਾਰਵਾਈ ਕਰ ਰਹੇ ਹੋ ਜਾਂ ਪਰਚਾ ਦੇ ਰਹੇ ਹੋ ਕਿ ਉਹ ਚੋਣ ਨਾ ਲੜ ਸਕੇ, ਇਹ ਆਪਣੇ ਆਪ ਦੇ ਵਿੱਚ ਕਿਸੇ ਵੀ ਸਰਕਾਰ ਲਈ ਬਹੁਤ ਸ਼ਰਮਨਾਕ ਹੈ। ਅਸੀਂ ਸ਼ੁਰੂ ਤੋਂ ਇਹ ਗੱਲ ਕਹੀ ਹੈ ਕਿ ਇੱਕ ਸਿਆਸੀ ਬਦਲਾਖੋਰੀ ਦੇ ਤਹਿਤ ਸਰਦਾਰ ਬਿਕਰਮ ਸਿੰਘ ਮਜੀਠੀਆ ਉੱਤੇ ਇੱਕ ਐਸੇ ਡੀਜੀਪੀ ਨੇ ਪਰਚਾ ਦਿੱਤਾ ਜਿਹੜਾ ਡੀਜੀਪੀ ਇਨਕੰਪੀਟੈਂਟ ਸੀ। 10 ਦਿਨਾਂ ਲਈ ਲਿਆਂਦਾ ਗਿਆ ਨਵਜੋਤ ਸਿੱਧੂ ਦੇ ਕਹਿਣ ਤੇ ਤਾਂ ਕਿ ਬਿਕਰਮ ਮਜੀਠੀਆ ਉੱਤੇ ਪਰਚਾ ਦਿੱਤਾ ਜਾਵੇ ਇੱਕ 16 ਸਾਲ ਪੁਰਾਣੇ ਮੈਟਰ 'ਚ ਜਿਸ 'ਚ ਟਰਾਇਲ ਖਤਮ ਹੋ ਚੁੱਕੀ ਹੈ, ਅਪੀਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ। ਹਾਈ ਕੋਰਟ ਮੋਨੀਟਰਡ ਸਿੱਟ ਨੇ ਉਹਦੇ 'ਚ 3 ਆਈਜੀਆਂ ਦੀ ਇੱਕ ਸਿੱਟ ਜਿਹੜੀ ਹਾਈ ਕੋਰਟ ਮੋਨੀਟਰ ਕਰ ਰਿਹਾ ਸੀ ਉਹਨੇ ਇਨ ਐਂਡ ਆਊਟ ਇਨਕੁਆਇਰੀ ਕਰ ਲਈ ਹੈ। ਈਡੀ ਨੇ ਆਪਣੀ ਇਨਕੁਆਇਰੀ ਕਰ ਲਈ ਹੈ।
सूबे के डीजीपी ते होम सैकटरी ने अपनी इंक्वायरी कर ली है, कुछ नहीं लभा। पर तुसी एक सियासी जी। बदलाखोरी तहत परचा दिंदे हो और फिर वो माणयोग पंजाब हरियाणा हाई कोर्ट दे विच जांदा, क्योंकि तुसी टेक्निकली सैक्शनस ऐसे लगाउने हो ताकि बेल ना मिल सके, तुसी टेक्निकैलिटीज दे विच उलझाउने हो और उस तो बाद सरकार इस हद तक चली जाती है कि तुसी नॉमिनेशन तक फाइल नहीं करन देना चाहुंदे। 24 तरीक नूं पी चिदंबरम जिहड़े सीनियर एडवोकेट है देश दे, स्टेट दे एडवोकेट जनरल ते जी। डिप्टी एडवोकेट जनरल धूरीवाला दी हाਜ਼ਰੀ 'ਚ कोर्ट ये गल कहते हैं कि जी तुसी वेट करो, असी ऑर्डर्स दिन्ने आ, इंटरिम ऑर्डर कंटिन्यू है। 24 रात ਨੂੰ बिक्रम मजीठिया साहब ਦੇ ਚੰਡੀਗੜ੍ਹ ਘਰੇ ਰੇਡ ਕੀਤੀ ਜਾਂਦੀ ਹੈ, 25 ਨੂੰ ਸਵੇਰੇ ਅੰਮ੍ਰਿਤਸਰ ਕੀਤੀ ਜਾਂਦੀ ਹੈ। ਮਕਸਦ ਇੱਕੋ ਕਿ ਨੋਮੀਨੇਸ਼ਨ ਨਾ ਫਾਈਲ ਕਰ ਸਕੇ। ਸੋ ਅੱਜ ਮੇਰਾ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਹੈ ਕਿ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਸਰਕਾਰ ਕਿੱਥੇ ਖੜੀ ਹੈ, ਕਿਉਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕੋਰਟ ਦੇ ਵਿੱਚ ਸਰਕਾਰ ਦੀ ਫਜ਼ੀਅਤ ਹੋਈ ਹੈ। ਸਿਰਫ ਪੰਜਾਬ ਸਰਕਾਰ ਦੇ ਲਈ ਟਿੱਪਣੀ ਨਹੀਂ ਹੈ। ਨਹੀਂ ਇੱਕ ਸੈਕਿੰਡ ਮੈਂ ਐਡ ਕਰ ਦਵਾਂ, ਤੁਸੀਂ ਆਪਣੀ ਗੱਲ ਰੱਖਿਓ। ਇਹ ਸਿਰਫ ਪੰਜਾਬ ਸਰਕਾਰ ਵਾਸਤੇ ਤੁਹਾਨੂੰ ਟਿੱਪਣੀ ਹੈ। ਮੈਂ ਅਮਿਤ ਬਾਵਾ ਜੀ ਸਾਡੇ ਨਾਲ ਨੇ, ਉਹਨਾਂ ਤੋਂ ਰਿਐਕਸ਼ਨ ਲਵਾਂਗਾ। ਪਰ ਦੇਖੋ, ਉਹਨਾਂ ਨੇ ਸਿਮਰਜੀਤ ਸਿੰਘ ਬੈਂਸ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ ਤੇ ਹੁਣ ਜ਼ਿਕਰ ਤਾਂ ਇੱਥੇ ਈਡੀ ਦੇ ਛਾਪੇ ਦਾ ਵੀ ਫਿਰ ਹੋਣਾ ਚਾਹੀਦਾ, ਤਾਂ ਕਿ ਸਾਰੇ ਇਹ ਪੋਲੀਟੀਕਲੀ ਮੋਟੀਵੇਟਿਡ ਨੇ ਕਾਰਵਾਈਆਂ। ਜੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਤਾਂ ਬਾਕੀ ਵੀ ਉਸੇ ਤੱਕੜੀ 'ਚ ਤੋਲੋਗੇ। मैं गौरव जी बड़ा स्पष्ट तौर पर है कि जो बिक्रम मजीठिया साहब का केस है, वो तो एपरेंटली पोलिटिकली मोटिवेटेड लगता है ना कि तुसी चोणां तो एन ठीक पहला सारे कानून नियम छिक्के ते टंग के तुसी एक परचा दर्ज कर रहे हो, और वो भी उस केस दे विच परचा जिथे हाई कोर्ट इंक्वायरी कर चुके है, जिथे थोड़ा अपना डीजीपी चीफ सैकटरी इंक्वायरी कर चुके हैं, जिथे ईडी इंक्वायरी कर चुकी है। नंबर 1। दूजा पॉइंट, मैं बड़े स्पष्ट तौर पर कहना कि पंजाब सरकार नूं किहड़ा फजीयत पहली बार झलनी पई है। इस तो पहला गोली कांड वाले केस च इसे पंजाब सरकार दे हाई कोर्ट ने कितनी करारी चपेड़ मारी सी जदों कहा सी कि जांच सियासत तो प्रेरित है। फिर बसा वाले मामले च सुप्रीम कोर्ट नूं कहना पिया सी कि अपनी सियासी लड़ाई नूं कोर्ट तो बाहर रखो। सो पंजाब सरकार नूं बहुत बार ये फजीयत झलनी पई है और ये पंजाब सरकार लई बहुत नामोशी होनी चाहिए। और एक गल एंडोर्स होगी कि जो श्रोमणी अकाली दल का स्टैंड सी उन्होंने सुप्रीम कोर्ट ने भी एंडोर्स किया है कि सियासी बदलाखोरी का परचा। चलो ठीक है, मैं तुहाडे कोल वापस आना। अमित बावा जी, ये टिप्पणी तुहाडे ਲਈ है, ਇਹ ਤੁਸੀਂ महसूस कर रहे हो कि टिप्पणी पंजाब सरकार ਦੇ ਲਈ है, चीफ जस्टिस ਦੇ ਵੱਲੋਂ ਕੀਤੀ गई? गौरव जी, जो सुप्रीम कोर्ट के चीफ जस्टिस की टिप्पणी है वो टिप्पणी इशू बेस्ड है। वेयर एज ਜਿਹੜੀ ਗੱਲ ਮੇਰੇ ਵੀਰ ਕਲੇਰ ਸਾਹਿਬ ਕਰ ਰਹੇ ਸੀ ਕਿ ਬਿਕਰਮ ਮਜੀਠੀਆ ਜੀ ਦੀ, ਮੈਂ ਗੱਲ ਜ਼ਰੂਰ ਤੁਹਾਡੇ ਰਾਹੀਂ ਇਹਨਾਂ ਨੂੰ ਤੇ ਸਾਰੇ ਦਰਸ਼ਕਾਂ ਨੂੰ ਦੱਸਣੀ ਚਾਹੁੰਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਤੇ ਡਰੱਗ ਟ੍ਰੈਫਿਕਿੰਗ ਦੇ ਕੇਸ ਕਾਂਗਰਸ ਪਾਰਟੀ ਨੇ ਜਾਂ ਕਿਸੇ ਕਾਂਗਰਸ ਵਰਕਰ ਨੇ ਨਹੀਂ ਲਾਏ। ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਲ 2013 ਦੀ ਸਰਦੀਆਂ ਦੇ ਵਿੱਚ 6000 ਕਰੋੜ ਦਾ ਇੱਕ ਡਰੱਗ ਟ੍ਰੈਫਿਕਿੰਗ ਰੈਕਟ ਪਕੜਿਆ ਗਿਆ ਸੀ, ਜਿਹਦੇ ਚ ਇੱਕ ਫਾਰਮਰ ਕਾਪ ਤੇ ਰੈਸਲਰ ਜਗਦੀਸ਼ ਭੋਲਾ ਦੀ ਗ੍ਰਿਫਤਾਰੀ ਹੋਈ ਸੀਗੀ। ਉਦੋਂ 2013 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਸੀ। 2014 ਦੇ ਵਿੱਚ ਐਨਫੋਰਸਮੈਂਟ ਡਾਇਰੈਕਟਰ ਈਡੀ ਦੀ ਇਨਕੁਆਇਰੀ ਦੇ ਵਿੱਚ ਉਸ ਬੰਦੇ ਨੇ ਕਨਫੈਸ ਕੀਤਾ ਕਿ ਉਹ ਇਸ ਮਾਮਲੇ ਨਾਲ ਜੁੜਿਆ ਹੋਇਆ ਤੇ 2015 ਦੇ ਵਿੱਚ ਉਸੇ ਜੋ ਇਹ ਕੇਸ ਨੂੰ ਇਨਵੈਸਟੀਗੇਟ ਕਰ ਰਿਹਾ ਸੀ ਅਫਸਰ ਨਿਰੰਜਨ ਸਿੰਘ, ਉਹਦੀ ਟ੍ਰਾਂਸਫਰ ਕਰਾਈ ਗਈ 15 ਦਿਨ ਬਾਅਦ ਜਦੋਂ ਉਹਨੇ ਇਹਨਾਂ ਨੂੰ ਸੰਮਨ ਕੀਤਾ ਮਜੀਠੀਆ ਸਾਹਿਬ ਨੂੰ। ਹੁਣ ਗੌਰਵ ਜੀ ਇਹ ਦੱਸੋ ਕਿ ਬਿਕਰਮ ਸਿੰਘ ਮਜੀਠੀਆ ਨਾ ਉਦੋਂ ਸੈਂਟਰ 'ਚ ਵੀ ਬੀਜੇਪੀ ਅਕਾਲੀ ਦਲ ਦੀ ਸਰਕਾਰ ਸੀ, ਪੰਜਾਬ 'ਚ ਵੀ ਬੀਜੇਪੀ ਅਕਾਲੀ ਦਲ ਸਰਕਾਰ ਸੀਗੀ, ਈਡੀ ਇਨਵੈਸਟੀਗੇਸ਼ਨ ਕਰ ਰਹੀ ਸੀਗੀ, ਦੋਵੇਂ ਸਰਕਾਰਾਂ ਇਹਨਾਂ ਦੀ। ਉਦੋਂ ਇਹਨਾਂ ਦੇ ਲੀਡਰ ਦਾ ਨਾਮ ਨਿਕਲਿਆ, ਉਹ ਤੋਂ ਬਾਅਦ ਇਨਵੈਸਟੀਗੇਸ਼ਨ ਇਹਨਾਂ ਨੇ ਰੋਕ ਜੇ ਐਡੇ ਸੱਚੇ ਸੁੱਚੇ ਸੀ ਕਿ ਕਿਉਂ ਬਦਲਵਾਇਆ ਸੀ ਭਾਈ ਅਫਸਰ। ਉਹ ਉਸ ਅਫਸਰ ਨੇ ਹਾਈ ਕੋਰਟ ਵਿੱਚ ਜਾ ਕੇ 17 ਤੱਕ ਉਹਨੇ ਹਾਈ ਕੋਰਟ 'ਚ ਬਿਆਨ ਦਿੱਤਾ ਕਿ ਕਿਉਂਕਿ ਜਿਸ ਬੰਦੇ ਦੀ ਮੈਂ ਸੰਮਨ ਕੀਤੀ ਹੈ ਉਹਦੀ ਭੈਣ ਕੇਂਦਰੀ ਮੰਤਰੀ ਹੈ, ਇਸ ਕਰਕੇ ਮੇਰੀ ਬਦਲੀ ਕੀਤੀ ਗਈ ਹੈ, ਮੇਰੀ ਟ੍ਰਾਂਸਫਰ ਨਾ ਕੀਤੀ ਜਾਏ। ਜਲੰਧਰ ਤੋਂ ਕਲਕੱਤਾ ਬਦਲਤਾ ਸੀਗਾ, ਹਾਈ ਕੋਰਟ ਨੇ ਉਹਦੀ ਟ੍ਰਾਂਸਫਰ ਨੂੰ ਸਟੇ ਕੀਤਾ। ਹੁਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਦੇ ਲੋਕ, ਪੰਜਾਬ ਦੀ ਜਨਤਾ ਇਨਸਾਫ ਨਹੀਂ ਭਾਲ ਸਕਦੀ ਸੀ। मैं दोबारा ठीक है, मैं ਤੁਹਾਡੇ ਪੁਆਇੰਟ ਆ ਗਏ, ਠੀਕ ਹੈ, ਪ੍ਰੈਸ਼ਰ ਦੇ ਵਿੱਚ ਨਹੀਂ। ਇੱਕ ਸੈਕਿੰਡ ਅਮਿਤ ਜੀ, ਆਪਾਂ ਲਗਾਤਾਰ ਇਸ ਦੇ ਉੱਤੇ ਡਿਸਕਸ ਕਰਦੇ ਆ ਰਹੇ ਹਾਂ। ਅੱਧਾ ਮਿੰਟ ਗੌਰਵ ਜੀ, ਚਲੋ ਕੰਪਲੀਟ ਕਰ ਲਓ ਸਰ। ਮੇਰਾ ਤਾਂ ਸਵਾਲ ਤੁਹਾਨੂੰ ਹੀ ਹੈ, ਮੈਂ ਉਸੇ ਨੂੰ ਐਲੈਬੋਰੇਟ ਕਰਨ ਦੀ ਕੋਸ਼ਿਸ਼ ਕਰੂੰਗਾ ਜੋ ਤੁਸੀਂ ਇਸ ਸਮੇਂ ਕਹਿ ਰਹੇ ਹੋ। ਠੀਕ ਹੈ, ਕੰਪਲੀਟ ਕਰ ਲਓ ਤੁਸੀਂ। ਜਦੋਂ ਕੁਐਸਚਨ ਇਹ ਹੈਗਾ ਐਸਟੀਐਫ ਬਣੀ ਇਸ ਕਰਕੇ ਕਿਉਂਕਿ ਇਹਨਾਂ ਦੀ ਸਰਕਾਰ ਵਿੱਚ ਇਨਸਾਫ ਦੀ ਉਮੀਦ ਨਹੀਂ ਸੀਗੀ। ਐਸਟੀਐਫ ਦੀ ਰਿਪੋਰਟ ਗਈ। ਜੇ ਭਾਈ ਮਜੀਠੀਆ ਸਾਹਿਬ ਐਡੇ ਸੱਚੇ ਸੁੱਚੇ ਬੇਦਾਗ ਸੀਗੇ ਤਾਂ ਪਬਲਿਕ ਡੋਮੇਨ ਵਿੱਚ ਆ ਕੇ ਖੁਦ ਚੌੜੇ ਹੋ ਕੇ ਕਹਿੰਦੇ ਬਈ ਮੈਂ ਅਸਤੀਫਾ ਦਿੰਦਾ, ਬਕਾਇਦਾ ਰੈਵਨਿਊ ਮੰਤਰੀ, ਮੈਂ ਕੋਈ ਇਲੈਕਸ਼ਨ ਨਹੀਂ ਲੜੂੰਗਾ, ਕਰੋ ਇਨਵੈਸਟੀਗੇਸ਼ਨ, ਮੈਂ ਜੁਆਇਨ ਕਰਦਾ। ਇਹ ਭੱਜਦੇ ਕਿਉਂ ਹੈ ਇਨਵੈਸਟੀਗੇਸ਼ਨ ਤੋਂ?
ਜੇ ਐਡੇ ਸੱਚੇ ਸੁੱਚੇ ਹੈ ਇਹਨਾਂ ਨੂੰ ਮੋਰਲ ਗਰਾਊਂਡਸ ਤੇ ਆ ਕੇ ਕਹਿਣਾ ਚਾਹੀਦਾ ਵੀ ਮੈਂ ਜੁਆਇਨ ਕਰਨ ਨੂੰ ਤਿਆਰ ਹਾਂ ਭਾਈ ਇਨਵੈਸਟੀਗੇਸ਼ਨ ਕਰੋ ਮੇਰੀ ਇਨਵੈਸਟੀਗੇਸ਼ਨ। ਮੇਰਾ ਇੱਕ point ਹਰ ਹੈ। ਇਨਵੈਸਟੀਗੇਸ਼ਨ ਜੁਆਇਨ ਇੱਕ ਕੀਤੀ ਹੈ, second, ਫੈਕਟਸ ਤੋਂ ਬਿਯੋਂਡ ਗੱਲ ਕਰ ਰਹੇ ਨੇ। ਹਮੇਸ਼ਾ ਇਨਵੈਸਟੀਗੇਸ਼ਨ ਜੁਆਇਨ ਕੀਤੀ, ਜਿੰਨੀ ਵਾਰ ਈਡੀ ਨੇ ਬੁਲਾਇਆ ਉੱਥੇ ਗਏ, ਜਿੰਨੀ ਵਾਰ ਪੰਜਾਬ ਸਰਕਾਰ ਦੀ ਸਿੱਟ ਨੇ ਬੁਲਾਇਆ ਉੱਥੇ ਗਏ। ਵਿਕਰਮ ਮਜੀਠੀਆ ਨੇ ਹਰ ਵਾਰ ਇਨਵੈਸਟੀਗੇਸ਼ਨ 'ਚ ਸਹਿਯੋਗ ਕੀਤਾ। ਔਰ ਦੂਸਰੀ ਗੱਲ, ਭੋਲਾ ਦਾ ਕਦੇ ਕੋਈ ਕਨਫੈਸ਼ਨ ਨਹੀਂ ਰਿਕਾਰਡ ਹੋਇਆ। ਇਹ ਫੈਕਟਸ ਤੋਂ ਬਿਯੋਂਡ ਜਾ ਕੇ ਗੱਲ ਕਰ ਰਹੇ, ਗਲਤ ਬਿਆਨਬਾਜ਼ੀ ਕਰ ਰਹੇ ਨੇ। ਸਟੇਟਮੈਂਟਸ ਟੁਗੇਦਰ ਇਟ ਇਜ਼ ਐਵੀਡੈਂਟ ਗੌਰਵ ਜੀ ਜਿਹੜੇ ਬੰਦਿਆਂ ਨੇ ਕਨਫੈਸ਼ਨ ਕੀਤਾ ਇਹ ਗਲਤ ਬਿਆਨਬਾਜ਼ੀ ਕਰ ਰਹੇ ਨੇ, ਕਾਨੂੰਨ ਲੱਗੇ ਇਹ ਗਲਤ ਬਿਆਨਬਾਜ਼ੀ ਕਰ ਰਹੇ ਨੇ ਗੌਰਵ ਜੀ। ਇਹਨਾਂ ਨੂੰ ਸ਼ਾਇਦ ਕੇਸ ਦੇ ਮੈਰਿਟਸ ਦਾ ਹੀ ਨਹੀਂ ਪਤਾ ਹੈਗਾ। ਇਹ ਕੇਸ ਦੇ ਮੈਰਿਟਸ ਤੋਂ ਪਰਾਂ ਜਾ ਕੇ ਗੱਲ ਕਰ ਰਿਹਾ ਮੇਰਾ ਵੀਰ। ਗੱਡੀ ਦੇ ਵਿੱਚ ਘੁੰਮਦੇ ਸੀਗੇ, ਮਾਲ ਮੰਤਰੀ ਦੀ ਗੱਡੀ ਦੇ ਵਿੱਚ ਘੁੰਮਦੇ ਸੀਗੇ। ਇਹ ਬਿਲਕੁਲ ਇਨਵੈਸਟੀਗੇਸ਼ਨ ਤੋਂ ਬਿਯੋਂਡ ਜਾ ਕੇ ਗੱਲ ਕਰ ਰਹੇ ਨੇ, ਜਦ ਕਿ ਪਰਮਿੰਦਰ ਜਿਹੜੀ ਪਿੰਦੀ ਹੈ ਉਹ ਕਦੇ ਚੂਜ਼ ਹੀ ਨਹੀਂ ਹੈਗਾ ਕਿਸੇ ਮੈਟਰ ਦੇ ਵਿੱਚ। ਥੋੜਾ ਜਿਹਾ ਹੋਲਡ ਕਰੋ, ਇੱਕ ਸੈਕਿੰਡ ਸਰ, ਹੋਲਡ ਕਰੋ ਥੋੜਾ ਜਿਹਾ। ਕਲੇਰ ਸਾਹਿਬ ਤੁਸੀਂ ਵੀ, ਅਮਿਤ ਬਾਵਾ ਜੀ ਤੁਸੀਂ ਵੀ ਹੋਲਡ ਕਰੋ। ਮੇਰਾ ਸਵਾਲ ਬਾਵਾ ਜੀ ਵਿਚਾਲੇ ਰਹਿ ਗਿਆ, ਮੈਂ ਦੁਬਾਰਾ ਆਉਂਗਾ ਤੁਹਾਡੇ ਕੋਲੋਂ ਪੁੱਛੂੰਗਾ। ਮੈਂ ਰੁਕ ਕਰਦਾ। ਹਰਜੀਤ ਗਰੇਵਾਲ ਜੀ ਸਾਡੇ ਨਾਲ ਨੇ, ਬੀਜੇਪੀ ਦੇ ਸਪੋਕਸਪਰਸਨ ਨੇ, ਵੱਡੇ ਲੀਡਰ ਨੇ ਪੰਜਾਬ 'ਚ ਬੀਜੇਪੀ ਦੇ। ਗਰੇਵਾਲ ਸਾਹਿਬ, ਇਹ ਟਿੱਪਣੀ ਤਾਂ ਤੁਹਾਡੇ ਵਾਲੇ ਪਾਸੇ ਵੀ ਕੁੰਗਲ ਹੈ, ਕਿਉਂਕਿ ਸਰਕਾਰ ਦੇ ਵਿੱਚ ਇਸ ਸਮੇਂ ਸੈਂਟਰ 'ਚ ਬੀਜੇਪੀ ਹੈ ਔਰ ਕਾਰਵਾਈਆਂ ਬਹੁਤ ਸਾਰੀਆਂ ਹੁੰਦੀਆਂ ਨੇ। ਔਰ ਖਾਸ ਤੌਰ ਤੇ ਪਿਛਲੇ ਦਿਨੀ ਪਈ ਈਡੀ ਦੀ ਰੇਡ ਨੂੰ ਕਾਂਗਰਸ ਨੇ ਤਾਂ ਖੁੱਲ ਕੇ ਵੈਂਡੇਟਾ ਪੋਲਿਟਿਕਸ ਕਰਾਰ ਦਿੱਤਾ ਸੀ। ਇਸ ਤਰ੍ਹਾਂ ਉਹ 10 ਕਰੋੜ ਤੋਂ ਵੱਧ ਰੁਪਇਆ ਜਿਹੜੇ ਹੈਗੇ ਆ ਉਹ ਗੌਰਵ ਜੀ ਮੈਂ ਰੱਖ ਕੇ ਆਇਆ ਸੀ ਜਾਂ ਤੁਸੀਂ ਰੱਖ ਕੇ ਆਏ ਸੀ? ਈਡੀ ਦੀ ਰੇਟ ਜੇ ਗਲਤ ਸੀ ਤਾਂ ਉਹ ਕਿਹਨੇ ਰੱਖੇ ਸੀ? ਮੈਂ ਨਹੀਂ ਇਹਨੇ ਦੇਖੇ ਇਕੱਠੇ ਪੈਸੇ ਮਿਲੇ ਆ ਨਾ। ਹਾਂਜੀ, ਫਿਰ ਜਦੋਂ ਇੰਨੇ ਇਕੱਠੇ ਨਹੀਂ ਦੇਖੇ ਤਾਂ ਇਹਨਾਂ ਦੀ ਕਾਂਗਰਸ ਵਾਲਿਆਂ ਦੀ ਵਕਾਲਤ ਨਾ ਕਰੋ। ਇਹ ਕਾਂਗਰਸ ਜਿਹੜੀ ਆ ਇਹ ਹੁਣ ਇੱਕ ਗੱਲ ਸੁਣੋ ਕਿ ਇਹਨਾਂ ਨੂੰ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਨਹੀਂ ਹੈ ਕਿ ਸਿੱਧੂ ਸਾਹਿਬ ਆਪਣੀ ਬਿਆਨਬਾਜ਼ੀ ਕਰੀ ਜਾਂਦੇ ਨੇ ਜਿਹੜੀ ਮਜੀਠੀਆ ਸਾਹਿਬ ਦੇ ਬਾਰੇ 'ਚ ਪਹਿਲਾਂ ਹੀ। ਔਰ ਜਿਹੜੇ ਸਾਡੇ ਸੁੱਖੀ ਰੰਧਾਵਾ ਨੇ ਉਹ ਤਾਂ ਹੋਮ ਮਿਨਿਸਟਰ ਰਹਿਣ ਦੇ ਕਾਬਿਲ ਨਹੀਂ ਹੈ, ਉਹਨਾਂ ਕੋਲੋਂ ਤਾਂ ਰੈਜ਼ਿਗਨੇਸ਼ਨ ਲੈਣਾ ਚਾਹੀਦਾ। ਜਿਸ ਤਰ੍ਹਾਂ ਦਾ ਪੋਲੀਟੀਕਲ ਟ੍ਰਾਇਲ ਇਹਨਾਂ ਨੇ ਬਣਾਤਾ ਸੀ ਉਹ ਕਦੇ ਕੀਤਾ ਜਾਂਦਾ। ਪੁਲਿਸ ਪ੍ਰਸ਼ਾਸਨ ਦਾ ਸਿਆਸੀਕਰਨ ਇਹਨਾਂ ਨੇ ਕਰਤਾ। ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਪਹਿਲਾਂ ਤਾਂ ਜਿਹੜੇ ਫੈਕਟਸ ਨੇ ਉਹ ਸਾਹਮਣੇ ਆਉਣੇ ਚਾਹੀਦੇ ਆ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਉਸ ਤੋਂ ਪਹਿਲਾਂ ਹੀ ਤੁਸੀਂ ਦੋਸ਼ੀ ਕਰਾਰ ਦੇਈ ਜਾਂਦੇ ਹੋ, ਉਸ ਤੋਂ ਪਹਿਲਾਂ ਹੀ ਬਿਆਨਬਾਜ਼ੀ ਕਰੀ ਜਾਂਦੇ ਹੋ ਕਿ ਜੇਲ੍ਹ ਭੇਜਾਂਗੇ, ਆਹ ਕਰਾਂਗੇ। ਇਹ ਗੱਲਾਂ ਤਾਂ ਗਲਤ ਸੀ ਨਾ ਸਾਰੀਆਂ। ਉਹ ਜਿਹੜੀ ਗਲਤ ਗੱਲ ਆ ਉਹਨੂੰ ਗਲਤ ਕਹਿਣਾ ਚਾਹੀਦਾ ਕਿ ਪੰਜਾਬ ਸਰਕਾਰ ਜਿਹੜੀ ਆ ਉਹਦੇ ਤੇ ਇੱਕ ਤਰ੍ਹਾਂ ਦਾ ਇਹ ਸਾਡੀ ਡੈਮੋਕ੍ਰੇਸੀ ਦਾ ਸਿਸਟਮ ਇਸ ਟਾਈਮ ਚੱਲ ਰਿਹਾ ਉਹਦੇ ਤੇ ਵੀ ਇੱਕ ਤਰ੍ਹਾਂ ਦਾ ਸਵਾਲੀਆ ਨਿਸ਼ਾਨ ਹੈ ਕਿ ਐਸੇ ਲੋਕ ਇਹਦੇ 'ਚ ਇਲੈਕਟ ਹੋ ਕੇ ਆ ਜਾਂਦੇ ਆ ਜਿਨ੍ਹਾਂ ਨੂੰ ਇੰਨੀ ਵੀ ਸਮਝ ਨਹੀਂ ਹੈ। ਤੇ ਇਹਦੇ 'ਚ ਕੇਂਦਰ ਦਾ ਕੀ ਕਸੂਰ ਹੈ? ਅਦਾਲਤ ਦੀ ਟਿੱਪਣੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਅਦਾਲਤ ਦੀ ਟਿੱਪਣੀ ਨੂੰ ਕਿਵੇਂ ਦੇਖਦੇ ਹੋ? ਅਦਾਲਤ ਦੀ ਟਿੱਪਣੀ ਤੁਸੀਂ ਸੁਣੀ ਹੋਈ ਹੈ, ਪੜ੍ਹੀ ਹੋਣੀ ਹੈ। ਇਨਫੈਕਟ ਤੁਹਾਡੀ ਸਕਰੀਨ ਦੇ ਉੱਤੇ ਹੁਣ ਵੀ ਅਸੀਂ ਚਲਾ ਰਹੇ ਹਾਂ। ਅਦਾਲਤ ਦੀ ਟਿੱਪਣੀ ਹੈ ਕਿ ਇਲੈਕਸ਼ਨ ਤੋਂ ਠੀਕ ਪਹਿਲਾਂ ਅਜਿਹੇ ਮਾਮਲੇ ਆਉਣੇ। ਇਨਫੈਕਟ ਅਦਾਲਤ ਨੇ ਇਹ ਵੀ ਕਿਹਾ ਕਿ ਤੁਸੀਂ ਕੰਟਰੋਲ ਕਰੋ ਡਰੱਗਸ ਨੂੰ। ਅਸੀਂ ਇਹ ਨਹੀਂ ਕਹਿ ਰਹੇ ਕਿ ਕੰਟਰੋਲ ਨਾ ਕਰੋ, ਪਰ ਠੀਕ ਹੈ 20 ਤਰੀਕ ਨੂੰ ਵੋਟਾਂ ਹੋ ਲੈਣ ਦੇ, ਉਸ ਤੋਂ ਬਾਅਦ ਦੇਖੋ ਕੀ ਕਰਨਾ ਹੈ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀਆਂ ਟਿੱਪਣੀਆਂ ਅਦਾਲਤ ਨੇ ਕੀਤੀਆਂ ਨੇ ਉਹਨਾਂ ਨੇ ਬਹੁਤ ਸੋਚ ਸਮਝ ਕੇ ਕੀਤੀਆਂ ਹੋਣੀ? ਜੇ CJI ਬੋਲ ਰਹੇ ਨੇ ਤਾਂ ਉਹ ਆਪਣੇ ਆਪ ਦੇ ਵਿੱਚ ਬਹੁਤ ਵਜ਼ਨਦਾਰ ਗੱਲ ਹੁੰਦੀ ਹੈ। ਦੇਖੋ ਪਹਿਲੀ ਗੱਲ ਤਾਂ ਇਹ ਟਿੱਪਣੀਆਂ ਪੰਜਾਬ ਸਰਕਾਰ ਦੇ ਲਈ ਨੇ। ਇਹਨਾਂ ਦੀ ਵਰਕਿੰਗ ਤੇ ਪ੍ਰਸ਼ਨ ਚਿੰਨ੍ਹ ਆ, ਇਹਨਾਂ ਦੇ ਕੰਮ ਕਰਨ ਦੇ ਤਰੀਕੇ ਤੇ ਆ। ਇਹ ਜਿਹੜੀਆਂ ਟਿੱਪਣੀਆਂ ਨੇ ਈਡੀ ਤੇ ਨਹੀਂ ਹੋਈਆਂ। ਈਡੀ ਨੇ ਕੋਈ ਚੰਨੀ ਸਾਹਿਬ ਨੂੰ ਪੇਪਰ ਫਾਈਲ ਕਰਨ ਤੋਂ, ਨੋਮੀਨੇਸ਼ਨ ਫਾਈਲ ਕਰਨ ਤੋਂ ਨਹੀਂ ਰੋਕਿਆ। ਉਹਨਾਂ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਗੱਲਬਾਤ ਅੱਗੇ ਨਹੀਂ ਚੱਲੀ। ਇਸ ਲਈ ਉਸ ਨੂੰ ਇਸ ਤਰ੍ਹਾਂ ਪ੍ਰਸ਼ਨ ਚਿੰਨ੍ਹ ਲਗਾਉਣਾ ਉਹ ਮੇਰੇ ਖਿਆਲ ਠੀਕ ਨਹੀਂ ਹੈ। ਉਹ ਤਾਂ ਬਕਾਇਦਾ ਪੈਸਾ ਮਿਲਿਆ, ਇੰਨਾ ਜ਼ਿਆਦਾ ਸਭ ਮਿਲਿਆ ਔਰ ਸਾਰਾ ਲੋਕਾਂ ਦੇ ਸਾਹਮਣੇ ਆਇਆ। ਇਹਦੇ 'ਚ ਤਾਂ ਕੁਛ ਇਹ ਮਜੀਠੀਆ ਸਾਹਿਬ ਕੋਲ ਤੋਂ ਪਕੜ ਵੀ ਨਹੀਂ ਪਾਏ ਔਰ ਉਸ ਤੋਂ ਪਹਿਲਾਂ ਹੀ ਬਿਆਨਬਾਜ਼ੀ ਸ਼ੁਰੂ ਕਰਤੀ। ਇਹਨਾਂ ਨੂੰ ਬਿਆਨਬਾਜ਼ੀ ਦੇਣ ਨੂੰ ਸਾਡੇ ਤਾਂ ਕਿਸੇ ਲੀਡਰ ਨੇ ਈਡੀ ਦੀ ਉਸ ਤੇ ਪਹਿਲਾਂ ਕੋਈ ਬਿਆਨਬਾਜ਼ੀ ਨਹੀਂ ਕੀਤੀ। ਜਦੋਂ ਸਾਹਮਣੇ ਪੈਸਾ ਆ ਗਿਆ, ਸਭ ਆ ਗਿਆ, ਉਹਦੇ ਤੇ ਕੇਜਰੀਵਾਲ ਜੀ ਜ਼ਿਆਦਾ ਬੋਲਦੇ ਰਹੇ ਆ। ਤੇ ਇਸ ਕਰਕੇ ਇਹ ਸਾਡੇ ਲਈ ਇਹ ਗੱਲ ਕਹਿਣੀ ਅਸੀਂ ਇਰਰਿਸਪੌਂਸਿਬਲ ਸਟੇਟਮੈਂਟਸ ਨਹੀਂ ਦਿੰਦੇ। ਰਿਐਕਸ਼ਨ ਲਵਾਂਗਾ ਮੈਂ ਕਾਂਗਰਸ ਦੇ ਨੁਮਾਇੰਦੇ ਤੋਂ। ਗਰੇਵਾਲ ਸਾਹਿਬ ਰਿਐਕਸ਼ਨ ਲਵਾਂਗਾ, ਪਰ ਪਹਿਲਾਂ ਮੈਂ ਰੁਕ ਕਰਦਾ ਅਹਿਬਾਬ ਗਰੇਵਾਲ ਜੀ ਦਾ। ਗਰੇਵਾਲ ਸਾਹਿਬ, ਤੁਹਾਨੂੰ ਇਹਨਾਂ ਟਿੱਪਣੀਆਂ ਨੂੰ ਆਮ ਆਦਮੀ ਪਾਰਟੀ ਕਿਵੇਂ ਦੇਖ ਰਹੀ ਹੈ? ਉਹ ਚਾਹੇ ਕਾਰਵਾਈ ਦੀ ਗੱਲ ਹੋਵੇ ਡਰੱਗਸ ਮਾਮਲੇ ਦੇ ਵਿੱਚ, ਉਹ ਚਾਹੇ ਈਡੀ ਦੇ ਛਾਪੇ ਹੋਣ ਜਾਂ ਫਿਰ ਕੋਈ ਹੋਰ ਐਕਸ਼ਨ ਹੋਵੇ, ਸਿਮਰਜੀਤ ਸਿੰਘ ਬੈਂਸ ਵਾਲਾ ਮਾਮਲਾ ਹੋਵੇ। ਅਹਿਬਾਬ ਜੀ ਸ਼ਾਇਦ ਤੁਸੀਂ ਮਿਊਟ ਕੀਤਾ ਹੋਇਆ, ਅਨਮਿਊਟ ਕਰਨਾ ਹੋਏਗਾ ਤੁਹਾਨੂੰ। ਨਹੀਂ ਸਰ, ਮਿਊਟ ਨਹੀਂ ਹੈਗਾ ਜੀ। ਹੈਲੋ 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 ਹੈਲੋ
ਹਾਂਜੀ ਸ਼ਾਇਦ ਹੁਣ ਆਵਾਜ਼ ਆ ਰਹੀ ਹੈ। ਅਹਿਬਾਬ ਜੀ ਤੁਸੀਂ ਹੁਣ ਗੱਲ ਰੱਖ ਸਕਦੇ ਹੋ। ਮਾਨਯੋਗ ਸੀਬੀਆਈ ਨੇ ਨਾ ਬਹੁਤ ਸੋਹਣੀ ਟਿੱਪਣੀ ਕੀਤੀ ਹੈ। ਉਹ ਟਿੱਪਣੀ ਇਹ ਕੀਤੀ ਹੈ ਕਿ ਉਹਨੇ ਠੀਕ ਹੈ, ਨਹੀਂ ਪਹੁੰਚ ਨਹੀਂ ਰਹੀ ਆਵਾਜ਼। ਅਹਿਬਾਬ ਜੀ ਮੈਂ ਤੁਹਾਡੇ ਕੋਲ ਵਾਪਸ ਆਉਣਾ, ਤੁਸੀਂ ਸਾਡੇ ਨਾਲ ਬਣੇ ਰਹੋ। ਅਮਿਤ ਬਾਵਾ ਜੀ ਦੇਖੋ, ਬੀਜੇਪੀ ਕਹਿ ਰਹੀ ਹੈ ਕਿ ਇੱਕ ਟਿੱਪਣੀ ਸਾਡੇ ਲਈ ਨਹੀਂ ਹੈ ਜਾਂ ਫਿਰ ਈਡੀ ਦੇ ਮਾਮਲੇ ਦੇ ਵਿੱਚ ਨਹੀਂ ਹੈ, ਇਹ ਟਿੱਪਣੀ ਡਾਇਰੈਕਟਲੀ ਕਾਂਗਰਸ ਦੇ ਲਈ, ਪੰਜਾਬ ਸਰਕਾਰ ਦੇ ਲਈ ਕੀਤੀ ਗਈ ਹੈ ਅਦਾਲਤ ਦੇ ਵੱਲੋਂ। ਗੌਰਵ ਜੀ, ਬੀਜੇਪੀ ਤਾਂ ਇਸ ਟਾਈਮ ਪੰਜਾਬ ਦੇ ਵਿੱਚ, ਵੈਸੇ ਇਹਨਾਂ ਦੀ ਨੈਸ਼ਨਲੀ ਵੀ ਫਿਤਰਤ ਹੈ, ਇਹ ਵਾਸ਼ਿੰਗ ਮਸ਼ੀਨ ਦਾ ਕੰਮ ਕਰਦੇ ਹੈ। ਜਿਹੜਾ ਵੀ ਬੰਦਾ ਇਹਨਾਂ ਦੀ ਪਾਰਟੀ 'ਚ ਰਲ ਗਿਆ, ਉਹ ਬੰਦਾ ਅਚਾਨਕ ਰਾਤੋਂ ਰਾਤ ਇਮਾਨਦਾਰ ਹੋ ਜਾਂਦਾ ਹੈ। ਇਹਦੇ ਬਾਰੇ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ, ਲੇਕਿਨ ਹਾਂ, ਜਿੱਥੇ ਤੱਕ ਸਿਆਸਤਦਾਨਾਂ ਤੇ ਉੱਪਰ ਉਹਨਾਂ ਦੇ ਦਾਮਨ ਤੇ ਭ੍ਰਸ਼ਟਾਚਾਰ ਦੇ ਆਰੋਪ ਜਾਂ ਏਜੰਸੀਆਂ ਦੀ ਰੇਡਾਂ ਦੀ ਗੱਲ ਹੈ, ਤਾਂ ਇਹ ਗੱਲ ਕਿਤੇ ਨਾ ਕਿਤੇ ਸਮੇਂ ਦੀ ਤੇ ਰਾਜਨੀਤੀ ਦੀ ਜ਼ਰੂਰਤ ਹੈ ਕਿ ਚੰਗੇ ਕਿਰਦਾਰਾਂ ਵਾਲੇ ਲੋਕ ਹੀ ਪੋਲਿਟੀਕਲ ਸਿਸਟਮ ਦੇ ਵਿੱਚ ਸਰਵਾਈਵ ਕਰ ਪਾਉਣਗੇ। ਹਾਂ, ਏਜੰਸੀਆਂ ਦੀ ਦੁਰਵਰਤੋਂ ਹੁੰਦੀ ਹੈ, ਇਹਦੇ 'ਚ ਕੋਈ ਦੁਰਾਈ ਨਹੀਂ, ਪਰ ਬਿਕਰਮ ਸਿੰਘ ਮਜੀਠੀਆ ਦਾ ਮਾਮਲਾ, ਇਹ ਗੌਰਵ ਜੀ 2014 ਦਾ ਮਾਮਲਾ ਹੈ, 13 ਦਾ ਈਡੀ ਦੀ ਰਿਪੋਰਟ ਹੈ। ਸਰ ਮੈਂ ਪਹਿਲਾਂ ਵੀ ਸਵਾਲ ਜਾਣਨਾ ਚਾਹ ਰਿਹਾ ਸੀ, ਮੈਂ ਪਹਿਲਾਂ ਵੀ ਸਵਾਲ ਤੁਹਾਨੂੰ ਕਰਨਾ ਚਾਹ ਰਿਹਾ ਸੀ ਕਿ 20 ਦਸੰਬਰ ਨੂੰ ਪਰਚਾ ਹੋਣਾ ਔਰ 8 ਜਨਵਰੀ ਨੂੰ ਆਪਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਜਨਵਰੀ ਦੇ ਪਹਿਲੇ ਦੂਜੇ ਹਫਤੇ ਦੇ ਵਿੱਚ ਇਲੈਕਸ਼ਨ ਅਨਾਉਂਸ ਹੋ ਜਾਣਗੇ, ਤੇ ਇਲੈਕਸ਼ਨ ਅਨਾਉਂਸ ਹੋਣ ਤੋਂ ਕਰੀਬ 20 ਦਿਨ ਪਹਿਲਾਂ, ਤਕਰੀਬਨ 20 ਦਿਨ ਪਹਿਲਾਂ ਪਰਚਾ ਹੋਣਾ, ਇਸ ਨੂੰ ਕਿਉਂ ਨਾ ਜੋੜਿਆ ਜਾਵੇ ਇਲੈਕਸ਼ਨ ਦੇ ਨਾਲ? ਦੱਸੋ ਪੰਜਾਬ ਦੇ ਲੋਕਾਂ ਨੂੰ। ਗੌਰਵ ਜੀ, ਸਾਨੂੰ ਟਾਈਮ ਹੀ ਹੁਣ ਮਿਲਿਆ ਹੈ। ਪਹਿਲਾਂ ਉਹਨਾਂ ਦਾ ਚਾਚਾ ਇੱਥੇ ਸਾਡੀ ਪਾਰਟੀ 'ਚ ਮੁੱਖ ਮੰਤਰੀ ਬਣ ਕੇ ਬੈਠੇ ਰਿਹਾ, ਕੈਪਟਨ ਅਮਰਿੰਦਰ, ਐਮਐਲਏ ਮਿਨਿਸਟਰ ਰੌਲਾ ਪਾ ਮਰ ਗਏ ਵੀ ਕਾਰਵਾਈ ਕਰੋ। ਉਹ ਮਾਮਾ ਦੱਬ ਕੇ ਬੈਠੇ ਸੀ ਰਿਪੋਰਟ ਨੂੰ, ਕੀ ਕਰਦੇ? ਮਤਲਬ ਤੁਸੀਂ ਕਹਿ ਰਹੇ ਹੋ ਕਿ ਜੇ ਚਰਨਜੀਤ ਚੰਨੀ 2017 'ਚ ਬਣੇ ਹੁੰਦੇ ਤਾਂ ਉਸੇ ਸਮੇਂ ਪਰਚਾ ਹੋ ਜਾਣਾ ਸੀ। ਪਹਿਲੇ 90 ਦਿਨਾਂ ਦੇ ਅੰਦਰ, ਹੁਣ ਤੱਕ ਤਾਂ ਇਹ ਅੰਦਰ ਹੋਣਾ ਸੀ। ਇਹ ਸੁਪਰੀਮ ਕੋਰਟ ਠੀਕ ਹੈ ਅਹਿਬਾਬ ਜੀ, ਹਾਂ ਕਲੇਰ ਸਾਹਿਬ ਤੁਸੀਂ ਰਿਐਕਸ਼ਨ ਰੱਖਿਓ। ਕਲੇਰ ਜੀ ਥੋੜਾ ਜਿਹਾ ਵੇਟ ਕਰਿਓ, ਅਹਿਬਾਬ ਜੀ ਦੀ ਹੋਪਫੁਲੀ ਆਵਾਜ਼ ਹੁਣ ਆਏਗੀ ਸਾਡੇ ਤੱਕ। ਅਹਿਬਾਬ ਗਰੇਵਾਲ ਜੀ। ਅਹਿਬਾਬ ਜੀ ਦੁਬਾਰਾ ਮਾਫੀ ਚਾਹੂੰਗਾ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ, ਕੁਝ ਟੈਕਨੀਕਲ ਇਸ਼ੂ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਕਲੇਰ ਸਾਹਿਬ। ਗੌਰਵ ਜੀ, ਪਹਿਲਾਂ ਤਾਂ ਮੈਂ ਬੜੇ ਸਪਸ਼ਟ ਤੌਰ ਤੇ ਇੱਕ ਗੱਲ ਕਲੀਅਰ ਕਰ ਦਿੰਦਾ ਕਿ ਜਿਹੜੀ ਸੁਪਰੀਮ ਕੋਰਟ ਦੀ ਅੱਜ ਦੀ ਟਿੱਪਣੀ ਹੈ, ਉਹ ਪੰਜਾਬ ਸਰਕਾਰ ਦੇ ਉੱਤੇ ਟਿੱਪਣੀ ਕੀਤੀ ਗਈ ਹੈ, ਔਰ ਸਪੈਸੀਫਿਕਲੀ ਪੀ ਚਿਦੰਬਰਮ ਸਾਹਿਬ ਜਿਹੜੇ ਪੰਜਾਬ ਸਰਕਾਰ ਦੇ ਵਕੀਲ ਦੇ ਤੌਰ ਤੇ ਪੇਸ਼ ਹੋ ਰਹੇ ਸੀ, ਉਹਨਾਂ ਨੂੰ ਕਿਹਾ ਗਿਆ ਹੈ ਕਿ ਇੱਕ ਕੇਸ ਤਾਂ ਅੱਜ ਸੁਪਰੀਮ ਕੋਰਟ ਦੇ ਸਾਹਮਣੇ ਹੈ, ਇੱਕ ਕੱਲ ਨੂੰ ਕਿਸੇ ਹੋਰ ਲੀਡਰ ਦਾ ਵੀ ਕੇਸ ਆਉਣਾ, ਉਹ ਵੀ ਪੰਜਾਬ ਸਰਕਾਰ ਨੂੰ ਪ੍ਰਟੇਨ ਕਰਦਾ ਹੈ। ਔਰ ਦੂਸਰੀ ਗੱਲ, ਤੁਸੀਂ ਮੈਨੂੰ ਇੱਕ ਗੱਲ ਦੱਸੋ ਗੌਰਵ ਜੀ, ਕੀ ਐਸੀ ਮਜਬੂਰੀ ਹੈ ਕਿ 24 ਤਰੀਕ ਨੂੰ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਇੱਕ ਆਰਡਰ ਦੇ ਦੌਰਾਨ ਕਹਿੰਦੇ ਨੇ ਕਿ ਠੀਕ ਹੈ ਤੁਸੀਂ ਆਰਡਰ ਦੀ ਵੇਟ ਕਰੋ, ਰਾਤ ਨੂੰ ਹੀ ਰੇਡ ਕੀਤੀ ਜਾਂਦੀ ਹੈ, ਔਰ ਉਹ ਵੀ ਉੱਥੇ ਜਦੋਂ ਹਾਈ ਕੋਰਟ ਦਾ ਇੰਟੈਰਮ ਆਰਡਰ ਕੰਟੀਨਿਊ ਚੱਲ ਰਿਹਾ ਹੈ। ਮਜੀਠੀਆ ਸਾਹਿਬ ਦੇ ਵਾਈਫ ਕਰੋਨਾ ਪੋਜ਼ਿਟਿਵ ਨੇ, ਬੇਟਾ ਕਰੋਨਾ ਪੋਜ਼ਿਟਿਵ ਹੈ, ਤਾਂ ਇਹ ਪੰਜਾਬ ਸਰਕਾਰ ਦੇ ਐਕਟ ਐਂਡ ਕੰਡਕਟ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ, ਔਰ ਜਿਹੜਾ ਪੰਜਾਬ ਸਰਕਾਰ ਦਾ ਪ੍ਰੀਵੀਅਸ ਰਿਕਾਰਡ ਹੈ, ਇਹ ਉਹਨੂੰ ਦੇਖਦੇ ਹੋਏ ਟਿੱਪਣੀ ਕੀਤੀ ਹੈ। ਸੋ ਅੱਜ ਦੀ ਸੁਪਰੀਮ ਕੋਰਟ ਦੀ ਜਿਹੜੀ ਟਿੱਪਣੀ ਹੈ, ਉਹ ਸਪੈਸੀਫਿਕਲੀ ਪੰਜਾਬ ਸਰਕਾਰ ਦੇ ਉੱਤੇ ਟਿੱਪਣੀ ਕੀਤੀ ਗਈ ਹੈ। ਸੋ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਕਿ ਆਪਾਂ ਫੈਕਟਸ ਨੂੰ ਲੋਕਾਂ ਚੰਗੇ ਤਰੀਕੇ ਰੱਖੀਏ, ਔਰ ਜੋ ਗੱਲ ਅਮਿਤ ਬਾਵਾ ਜੀ ਕਹਿ ਰਹੇ ਨੇ, ਮੈਂ ਤਾਂ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਕਿ ਭੋਲੇ ਨੂੰ ਫੜਨ ਵਾਲਾ ਕੌਣ? ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਤੁਸੀਂ ਈਡੀ ਦੀ ਕਾਰਵਾਈ ਨੂੰ ਕਰੋੜ ਦਾ ਰੈਕਟ ਫੜਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਈਡੀ ਦੀ ਕਾਰਵਾਈ ਨੂੰ ਇੱਕ ਸੈਕਿੰਡ, ਤੁਸੀਂ ਈਡੀ ਦੀ ਕਾਰਵਾਈ ਨੂੰ ਜਿਹੜੀ ਰੇਡ ਕੀਤੀ ਗਈ ਹੈ, ਉਸ ਨੂੰ ਵੀ ਪੋਲੀਟੀਕਲ ਵੈਂਡੇਟਾ ਮੰਨਦੇ ਹੋ ਕਿ ਨਹੀਂ? ਗੌਰਵ ਜੀ, ਉਹ ਪੋਲੀਟੀਕਲ ਵੈਂਡੇਟਾ ਆਪਾਂ ਕਿਸੇ ਤੌਰ ਤੇ ਡਿਸਕਸ ਕਰ ਸਕਦੇ ਸੀ ਅਗਰ ਚੰਨੀ ਸਾਹਿਬ ਦੇ ਘਰੋਂ ਪੈਸਾ ਨਾ ਲੱਭਿਆ ਹੁੰਦਾ, ਭਤੀਜੇ ਦੇ ਘਰੋਂ, ਅਗਰ ਕਰੋੜਾਂ ਰੁਪਏ ਦੀ ਜਾਇਦਾਦ ਦੇ ਕਾਗਜ਼ ਨਾ ਲੱਭੇ ਹੁੰਦੇ, ਅਗਰ 20 ਲੱਖ ਦੀਆਂ ਘੜੀਆਂ ਨਾ ਲੱਭੀਆਂ ਹੁੰਦੀਆਂ, ਫਿਰ ਤਾਂ ਕਹਿ ਸਕਦੀ ਸੀ ਕਾਂਗਰਸ ਕਿ ਉਹ ਪੋਲੀਟੀਕਲ ਵੈਂਡੇਟਾ ਹੈ। ਮੰਨ ਲਓ ਇੱਕ ਪੋਲੀਟੀਕਲ ਵੈਂਡੇਟੇ ਤਹਿਤ ਉੱਥੇ ਈਡੀ ਆ ਵੀ ਗਈ 1% ਲਈ ਮੰਨ ਲਓ, ਪਰ ਇਹ ਤਾਂ ਰੰਗੇ ਹੱਥੀ ਫੜੇ ਗਏ। ਕਰੋੜਾਂ ਰੁਪਏ ਦਾ ਸਮਾਨ ਘਰੇ ਹੈ, ਇੱਕ ਆਮ ਬੰਦੇ ਦੇ ਘਰੇ 10 ਕਰੋੜ ਰੁਪਈਆ ਕੈਸ਼ ਕਿੱਥੋਂ ਆ ਗਿਆ? ਵੱਡੇ ਇੰਡਸਟਰੀਲਿਸਟ ਜਿਹੜੇ ਹੁੰਦੇ ਨੇ ਨਾ, ਜਿਨ੍ਹਾਂ ਦੀ 200 300 ਕਰੋੜ ਦੀ ਟਰਨਓਵਰ ਹੁੰਦੀ ਹੈ, ਉਹਨਾਂ ਦੇ ਘਰੇ ਵੀ 10 ਕਰੋੜ ਰੁਪਏ ਕੈਸ਼ ਨਹੀਂ ਹੁੰਦਾ। ਇਹ ਗੱਲਾਂ ਕਿਹੜੀਆਂ ਕਰ ਰਹੇ ਨੇ ਬਾਬਾ ਜੀ, ਦੱਸਣ ਲੋਕਾਂ ਨੂੰ ਜਰਾ। ਅੱਛਾ, ਮੈਂ ਫੇਰ ਦੁਬਾਰਾ ਸਵਾਲ ਪੁੱਛ ਲੈਣਾ ਹੈ। ਅਰਸ਼ਦੀਪ ਕਲੇਰ ਜੀ, ਸਿਮਰਜੀਤ ਬੈਂਸ ਦੇ ਵੀ ਮਾਮਲੇ ਤੇ ਟਿੱਪਣੀ ਕੀਤੀ ਹੈ, ਉਹ ਵੀ ਤੁਹਾਨੂੰ ਪੋਲੀਟੀਕਲ ਵੈਂਡੇਟਾ ਨਹੀਂ ਲੱਗਦਾ? ਮੈਂ ਬਿਲਕੁਲ ਸਪਸ਼ਟ ਤੌਰ ਤੇ ਕਹਿਣਾ ਜੀ ਕਿ ਅੱਜ ਜਿਹੜੇ ਮਾਮਲਿਆਂ ਉੱਤੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ, ਉਹ ਪੰਜਾਬ ਸਰਕਾਰ ਨਾਲ ਪ੍ਰਟੇਨਿੰਗ ਮਾਮਲੇ ਨੇ। ਚਾਹੇ ਅੱਜ ਦਾ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਮਾਮਲਾ ਹੈ,
ਚਾਹੇ ਸਿਮਰਨਜੀਤ ਬੈਂਸ ਦਾ ਮਾਮਲਾ ਹੈ। ਸੋ ਇਹ ਸਿੱਧੀ ਟਿੱਪਣੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਕੀਤੀ ਗਈ ਹੈ। ਸੋ ਜਵਾਬ ਦੇ ਪੰਜਾਬ ਠੀਕ ਹੈ। ਸਰਕਾਰ ਹੈ। ਚਲੋ। ਔਰ ਇਹ ਪਹਿਲੀ ਵਾਰ ਟਿੱਪਣੀ ਨਹੀਂ, ਜਿੱਦਾਂ ਮੈਂ ਕਿਹਾ ਪਹਿਲਾਂ ਗੋਲੀकांड 'ਚ ਵੀ ਟਿੱਪਣੀ ਹੈ, ਫਿਰ ਬੱਸਾਂ ਵਾਲੇ ਕੇਸ 'ਚ ਵੀ ਟਿੱਪਣੀ ਹੈ। ਪੰਜਾਬ ਸਰਕਾਰ ਠੀਕ ਹੈ, ਅਮਿਤ ਕਾਨੂੰਨ ਜੀ, ਨਿਯਮਾਂ ਨੂੰ ਅਮਿਤ ਜੀ, ਛਿੱਕੇ ਜਵਾਬ ਟੰਗ ਦੇ ਕੇ ਦਿਓ। ਜਿਹੜੀ ਬਾਬਾ ਜੀ, ਕਾਰਵਾਈ ਕਰਦੀ ਔਰ ਜਿਹੜੀ ਮੈਂ ਵਿਕਰਮ ਗਰੇਵਾਲ ਸਾਹਿਬ ਮਜੀਠੀਆ ਤੇ ਤੁਹਾਡੇ ਕੀਤੀ ਕੋਲ ਹੈ ਆਉਣਾ ਉਹ ਤਾਂ ਸ਼ਰੇਆਮ ਹੀ ਸਿਆਸੀ ਹਾਂਜੀ। ਬਦਲਾਖੋਰੀ ਦਾ ਪਰਚਾ ਹੈ। ਠੀਕ ਹੈ, ਚਲੋ ਠੀਕ ਹੈ, ਤੁਹਾਡਾ ਕਮੈਂਟ ਆ ਗਿਆ। ਅਮਿਤ ਬਾਵਾ ਜੀ ਦੇਖੋ, ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਅਕਾਲੀ ਦਲ ਕਹਿ ਰਿਹਾ ਕਿ ਇਹ ਟਿੱਪਣੀ ਸਪੈਸੀਫਿਕਲੀ ਪੰਜਾਬ ਸਰਕਾਰ ਦੇ ਲਈ ਹੈ, ਜਿਹੜੇ ਕੇਸਿਸ ਦਾ ਜ਼ਿਕਰ ਕੀਤਾ ਗਿਆ ਅਦਾਲਤ ਦੇ ਵੱਲੋਂ। ਗੌਰਵ ਜੀ, ਕੇਸਿਸ ਦੀ ਟਾਈਮਿੰਗ ਨੂੰ ਲੈ ਕੇ ਅਗਰ ਅਦਾਲਤ ਨੇ ਕੋਈ ਕਮੈਂਟ ਕਰਤਾ ਤੇ ਉਹ ਕਮੈਂਟ ਕਿਸੇ ਐਲੀਜਡ ਬੰਦੇ ਨੂੰ ਬੇਗੁਨਾਹ ਸਾਬਤ ਨਹੀਂ ਕਰ ਦਿੰਦਾ। ਮੌਜੂਦਾ ਮਾਲ ਮੰਤਰੀ ਪੰਜਾਬ ਸਰਕਾਰ ਦੇ ਮੰਤਰੀ ਦੇ ਖਿਲਾਫ ਆਰੋਪ ਸੀਗੇ ਕਿ ਜੀ ਉਹਨਾਂ ਦੀ ਗੱਡੀਆਂ ਦੇ ਵਿੱਚ ਉਹ ਬੰਦੇ ਘੁੰਮਦੇ ਨੇ ਜਿਹੜੇ ਡਰੱਗਸ ਦੀ ਤਸਕਰੀ ਦੇ ਵਿੱਚ ਦੋਸ਼ੀ ਸੀਗੇ। ਕਿਉਂ ਉਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਜੁਆਇਨ ਕੀਤੀ? ਕਿਉਂ ਅਫਸਰਾਂ ਦੀ ਬਦਲੀਆਂ ਕਰਾਈਆਂ? ਜੇ ਪੰਜਾਬ ਸਰਕਾਰ ਨੇ ਗੌਰਵ ਜੀ, ਈਡੀ ਦਾ ਆਰੋਪ ਨਹੀਂ ਹੈਗਾ। ਇਹ ਸਿਰਫ ਜਿਹੜਾ ਏਆਈਜੀ ਬਲਰਾਜ ਹੈ ਜਿਹਦੇ ਮੁੰਡੇ ਨੂੰ ਰਾਤੋਂ ਰਾਤ ਇੰਸਪੈਕਟਰ ਬਣਾਇਆ ਗਿਆ, ਇਹ ਉਹਦੀ ਸਿੱਟ ਦੇ ਆਰੋਪ ਨੇ, ਈਡੀ ਦੇ ਆਰੋਪ ਨਹੀਂ ਹੈਗੇ ਇਹ। ਸੋ ਪਹਿਲਾਂ ਇਨਵੈਸਟੀਗੇਸ਼ਨ ਪੜ੍ਹ ਲੈ ਨੇ। ਕਰੋੜ ਦੇ ਡਰੱਗ ਰੈਕਟ ਦੇ ਵਿੱਚ ਇਨਵੋਲਡ ਹੋਏ, ਕਿਹੜੀ ਗੱਲਾਂ ਕਰਦੇ ਨੇ ਇਹ? ਅਗਰ ਉਹਦਾ ਟਾਈਮਿੰਗ ਇਲੈਕਸ਼ਨ ਗੌਰਵ ਜੀ, ਇਹਨਾਂ ਨੂੰ ਇਹ ਗੱਲ ਪੁੱਛੋ, ਇਹਨਾਂ ਨੂੰ ਇਹ ਗੱਲ ਪੁੱਛੋ ਕਿ ਸੁਪਰੀਮ ਕੋਰਟ ਦੀ ਟਿੱਪਣੀ ਬਾਰੇ ਕੀ ਕਹਿਣਾ ਹੈ, ਜਿਹੜੀ ਸਿਆਸੀ ਬਦਲਾਖੋਰੀ ਦੀ ਟਿੱਪਣੀ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਉੱਤੇ ਜਿਹੜੀ ਟਿੱਪਣੀ ਕੀਤੀ ਹੈ, ਉਹਦੇ ਬਾਰੇ ਬਾਬਾ ਜੀ ਜਵਾਬ ਦੇਣ ਲੋਕਾਂ ਨੂੰ। ਉਹਦੇ ਬਾਰੇ ਬਾਬਾ ਜੀ ਜਵਾਬ ਦੇਣ ਲੋਕਾਂ ਨੂੰ। ਪੰਜਾਬ ਸਰਕਾਰ ਦੇ ਮੂੰਹ ਤੇ ਜਿਹੜੀ ਸੁਪਰੀਮ ਕੋਰਟ ਨੇ ਕਰਾਰੀ ਚਪੇੜ ਮਾਰੀ ਹੈ, ਉਹਦੇ ਬਾਰੇ ਕੀ ਕਹਿਣਾ ਬਾਬਾ ਜੀ ਨੇ? ਠੀਕ ਹੈ, ਤੁਸੀਂ ਆਪਣੀ ਗੱਲ ਰੱਖਿਓ। ਇੱਕ ਸੈਕਿੰਡ ਹੋਲਡ ਕਰਿਓ ਸਰ। ਹੋਪਫੁਲੀ ਅਹਿਬਾਬ ਗਰੇਵਾਲ ਜੀ ਦੀ ਆਵਾਜ਼ ਸਾਡੇ ਤੱਕ ਪਹੁੰਚੇਗੀ। ਅਮਿਤ ਜੀ ਥੋੜਾ ਜਿਹਾ ਹੋਲਡ ਕਰ ਲਿਓ। ਅਹਿਬਾਬ ਗਰੇਵਾਲ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਅਹਿਬਾਬ ਜੀ ਤੁਸੀਂ ਆਪਣੀ ਗੱਲ ਰੱਖੋ। ਮੈਂ ਸਵਾਲ ਤੁਹਾਨੂੰ ਪਹਿਲਾਂ ਵੀ ਕੀਤਾ ਸੀ ਔਰ ਹੋਪਫੁਲੀ ਤੁਹਾਡੀ ਆਵਾਜ਼ ਜ਼ਰੂਰ ਦਰਸ਼ਕਾਂ ਤੱਕ ਪਹੁੰਚੇਗੀ। ਤੁਹਾਨੂੰ ਆਵਾਜ਼ ਆ ਰਹੀ ਹੈ? ਹੁਣ ਆਵਾਜ਼ ਆ ਰਹੀ ਹੈ ਜੀ? ਹੁਣ ਗੌਰਵ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਕਿ ਨਹੀਂ? ਆ ਰਹੀ ਹੈ ਕਿ ਨਹੀਂ? ਗੌਰਵ ਜੀ, ਆਵਾਜ਼ ਆ ਰਹੀ ਹੈ ਮੇਰੀ ਕਿ ਨਹੀਂ? ਹਾਂਜੀ, ਹੁਣ ਬੈਟਰ ਹੈ ਸਰ, ਆਵਾਜ਼ ਆ ਰਹੀ ਹੈ। ਅੱਛਾ, ਹੁਣ ਸੁਣੋ ਗੌਰਵ ਜੀ, ਮੈਂ ਥੋੜਾ ਉੱਚੀ ਬੋਲਦਾ, ਹੈੱਡਫੋਨ ਲਾਤੇ ਮੈਂ ਥੋੜਾ ਉੱਚੀ ਬੋਲਦਾ। ਹਾਂ, ਕੋਈ ਦਿੱਕਤ ਸੁਪਰੀਮ ਕੋਰਟ, ਮਾਣਯੋਗ ਸੁਪਰੀਮ ਕੋਰਟ ਨੇ ਜਿਹੜਾ ਆਰਡਰ ਪਾਸ ਕੀਤਾ, ਉਹ ਆਰਡਰ ਤਿੰਨਾਂ ਲਈ ਪਾਸ ਕੀਤਾ। ਜਿਹੜੇ ਚੀਫ ਜਸਟਿਸ ਸਾਹਿਬ ਨੇ ਉਹ ਸਾਰਾ ਦੇਸ਼ ਦੇਖਦੇ ਨੇ। ਉਹਨਾਂ ਨੇ ਬੀਜੇਪੀ ਦੀਆਂ ਰੇਡਾਂ ਦੇਖੀਆਂ ਨੇ ਬੰਗਾਲ 'ਚ ਹੁੰਦੀਆਂ। ਉਹਨਾਂ ਨੇ ਇਹ ਦੇਖਿਆ ਕਿ ਕਿਸ ਤਰ੍ਹਾਂ ਇਲੈਕਸ਼ਨ ਦੇ ਨੇੜੇ 5 ਸਾਲ ਬੋਲੀ ਗਏ, ਇਲੈਕਸ਼ਨ ਦੇ ਨੇੜੇ ਜਾ ਕੇ ਇਹਨਾਂ ਨੇ ਪਰਚੇ ਪਾਏ। ਉਹ ਇਹ ਦੇਖਦੇ ਆ ਕਿਵੇਂ ਸੀਰੀਅਸ ਨਹੀਂ ਹੈਗੇ ਪਰਚੇ ਸੋਲਵ ਕਰਨ ਨੂੰ, ਇਹ ਕਿਵੇਂ ਸੀਰੀਅਸ ਨਹੀਂ ਹੈਗੇ ਇਸ ਚੀਜ਼ ਨੂੰ ਖਤਮ ਕਰਨ ਦੇ ਮੁਤਲਕ। ਕਾਰਨ ਕੀ ਹੈ ਸਰ? ਕਾਰਨ ਇਹ ਹੈ ਕਿ ਮਾਣਯੋਗ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਭਾਈ 4.5 ਸਾਲ ਤੁਸੀਂ ਚੁੱਪ ਬੈਠੇ ਰਹਿੰਦੇ ਹੋ, ਭਾਵੇਂ ਬੇਅਦਬੀ ਹੈ, ਭਾਵੇਂ ਡਰੱਗਸ ਹੈ, ਭਾਵੇਂ ਕੁਝ ਹੋਰ ਹੈ। ਤੁਸੀਂ ਅਖੀਰਲੇ 6 ਮਹੀਨੇ ਜਾ ਕੇ ਤੁਸੀਂ ਰੌਲਾ ਪਾਉਂਦੇ ਹੋ। ਰੌਲਾ ਪਾ ਕੇ ਤੁਸੀਂ ਕਹਿੰਦੇ ਹੋ ਕਿ ਵੜ ਕੇ ਅੰਦਰ ਦੇ ਦਾਂਗੇ, ਵਿੱਚ ਕਰ ਦਿਆਂਗੇ, ਫਲਾਣਾ ਕਰ ਦਿਆਂਗੇ, ਜਿਹਦੇ ਨਾਲ ਬੇਲਾਂ ਮਿਲਣੀਆਂ ਸੌਖੀਆਂ ਹੁੰਦੀਆਂ ਨੇ। ਉਹਨਾਂ ਨੇ ਇਹ ਦੇਖਿਆ ਕਿ ਮਿਲੀ ਭੁਗਤ ਹੈ। ਉਹਨਾਂ ਨੇ ਇਹ ਦੇਖਿਆ ਕਿ ਬੀਜੇਪੀ ਨੇ ਕਿਸ ਤਰ੍ਹਾਂ ਸੈਂਟਰਲ ਅਦਾਰੇ ਵਰਤੇ ਸਾਰੇ ਦੇ ਸਾਰੇ ਹਿੰਦੁਸਤਾਨ 'ਚ ਆਪਣੇ ਸਿਆਸੀ ਵਿਰੋਧੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਟਿਕਾਣੇ ਲਾਉਣ ਦੇ। ਹੁਣ ਗੱਲ ਗੌਰਵ ਜੀ ਇਹ ਹੈ, ਜਿਹੜੀ ਉਹਨਾਂ ਨੇ ਨਾਲ ਟਿੱਪਣੀ ਕੀਤੀ ਸਿਮਰਜੀਤ ਸਿੰਘ ਬੈਂਸ ਕੇਸ ਦੀ, ਉਹਨਾਂ ਨੇ ਟਿੱਪਣੀ ਤਾਂ ਕੀਤੀ, ਮੈਂ ਆਰਡਰ ਪੜ੍ਹਿਆ, ਉਹਨਾਂ ਨੇ ਟਿੱਪਣੀ ਤਾਂ ਕੀਤੀ ਕਿਉਂਕਿ ਉਹ ਇਹ ਕਹਿ ਰਹੇ ਸੀਗੇ ਕਿ ਭਾਈ ਇੱਕ ਇਹਦੇ ਵਿੱਚ ਆਟੇ ਨਾਲ ਪੜੇਠਣ ਵਾਲੀ ਗੱਲ ਹੈ ਜੀ, ਕਿ ਇੱਕ ਕੇਸ ਹੈ ਜਿਹਦੇ ਵਿੱਚ ਚਾਰजेस ਕੋਰਟ ਨੇ ਫਰੇਮ ਕੀਤੇ ਆ, ਜਿਹਦੇ 'ਚ ਕੋਰਟ ਨੇ, ਮਾਣਯੋਗ ਅਦਾਲਤ ਨੇ ਕਿਹਾ ਕਿ ਇਹ ਬੰਦਾ ਦੋਸ਼ੀ ਹੈ, ਉਹਦਾ ਵੀ ਬਚਾਅ ਹੋ ਰਿਹਾ ਹੈ। ਸੋ ਇਹ ਉਹਨਾਂ ਦਾ ਇੱਕ ਟਿੱਪਣੀ ਜਿਹੜੀ ਸੀ ਉਹ ਸਿਆਸੀ ਜਿਹੜੀ ਕਲਾਸ ਹੈ ਉਸ ਤੇ ਸੀਗੀ ਕਿ ਤੁਸੀਂ ਜਿਹੜੇ ਕੋਰਟਸ ਨੂੰ ਇਸਤੇਮਾਲ ਕਰਦੇ ਹੋ ਨਾ ਆਪਣੇ ਮੁਫਾਦਾਂ ਲਈ, ਤੁਸੀਂ ਕੇਸ ਪਾਉਣੇ। ਐਂਡ ਸਰ ਇੱਕ ਗੱਲ ਹੋਰ ਦੱਸੋ, ਅਕਾਲੀ ਦਲ ਅੱਜ ਕਹਿ ਰਿਹਾ ਆਗ ਲਗਾने ਵਾਲੇ खुद ही आग से डर गए। ਸਰ ਜਦੋਂ ਅਕਾਲੀ ਦਲ ਪਹਿਲੀ ਵਾਰੀ ਸਰਕਾਰ 'ਚ ਆਇਆ, ਹਲਕਾ ਇੰਚਾਰਜ ਲਾ ਕੇ SHO DSP ਕਿਹਨੇ ਲਾਏ? ਕਿਹਨੇ ਕੱਲੇ ਥਾਣੇ 'ਚ ਜਾ ਕੇ ਆਪਣੇ ਵਿਰੋਧੀਆਂ ਦੇ ਖਿਲਾਫ ਪਰਚੇ ਦਿੱਤੇ? ਮੁੜ ਕੇ ਕਾਂਗਰਸੀਆਂ ਦੀ ਵਾਰੀ ਆਈ, ਇਹਨਾਂ ਨੇ ਹੋਰ ਵੱਧ ਕਰਤਾ। ਬੀਜੇਪੀ ਦੇ ਤਾਂ ਕਿਆ ਕਹਿਣੇ ਆ? ਗਰੇਵਾਲ ਸਾਹਿਬ ਬੋਲ ਰਹੇ ਸੀਗੇ ਕਿ ਇਸ ਤਰ੍ਹਾਂ ਨਹੀਂ ਹੁੰਦਾ। ਗਰੇਵਾਲ ਸਾਹਿਬ ਇੱਕ ਗੱਲ ਦਾ ਜਵਾਬ ਦੇ ਦਿਓ, ਹਿੰਦੁਸਤਾਨ ਦਾ ਕਿਹੜਾ ਹਿੱਸਾ ਹੈ ਜਿੱਥੇ ਸੈਂਟਰਲ ਏਜੰਸੀਆਂ ਨੇ ਇਲੈਕਸ਼ਨ ਤੋਂ ਪਹਿਲਾਂ ਜਾ ਕੇ ਰੇਡਾਂ ਨਹੀਂ ਮਾਰੀਆਂ? ਤੁਸੀਂ ਕਹਿ ਰਹੇ ਹੋ ਪੈਸੇ ਫੜੇ ਗਏ, ਉਹ ਪੈਸੇ ਤਾਂ ਭਾਈ ਤੁਹਾਡੇ ਵਾਲੇ ਇਤਰ ਦੇ ਵਪਾਰੀ ਦੇ ਵੀ ਫੜੇ ਗਏ ਨਾ। ਜਿਹੜਾ ਕਨੌਜ ਤੁਹਾਡਾ ਬੀਜੇਪੀ ਦਾ ਸਪੋਰਟਰ ਸੀ ਉਹਦੇ ਵੀ ਫੜੇ ਗਏ, ਤਾਂ ਭਲੇਖੇ ਨਾਲ ਵੱਜ ਗਈ ਰੇਡ। ਸੋ ਇੱਥੇ ਜੀ ਇਸ ਮਾਮਲੇ ਸਭੀ ਨੰਗੇ ਆ ਗੌਰਵ ਜੀ, ਇਹਨਾਂ ਨੂੰ ਜਵਾਬ ਦੇਣਾ ਪੈਣਾ ਕਿ ਕਿਉਂ ਕਰ ਰਹੇ ਹੈ। ਮਾਫੀ ਚਾਹੂੰਗਾ ਅਹਿਬਾਬ ਜੀ, ਤੁਸੀਂ ਕਹਿ ਰਹੇ ਹੋ ਕਿ ਇਹ ਟਿੱਪਣੀ ਸਾਰੀਆਂ ਸਰਕਾਰਾਂ ਦੇ ਲਈ ਹੈ, ਤੁਸੀਂ ਇਹੀ ਕਹਿਣਾ ਚਾਹ ਰਹੇ ਹੋ?
ਜੀ ਠੀਕ ਹੈ ਹਰਜੀਤ ਜੀ। ਗਰੇਵਾਲ ਜੀ, ਹਰਜੀਤ ਗਰੇਵਾਲ ਜੀ ਤੁਹਾਡਾ ਰਿਐਕਸ਼ਨ ਇੱਥੇ ਜ਼ਰੂਰੀ ਹੈ। ਇਹ ਦੋਵੇਂ ਚੀਜ਼ਾਂ ਨੂੰ ਕਿ ਵਾਕਈ ਵੱਖ-ਵੱਖ ਰੱਖ ਪਹਿਲੀ ਦਿੱਤਾ ਗੱਲ ਜਾਵੇ, ਤਾਂ- ਏਜੰਸੀਆਂ ਦੇ ਐਕਸ਼ਨ ਨੂੰ ਤੇ ਦੂਜੇ ਪਾਸੇ ਸਿਆਸਤ ਨੂੰ। ਦੇਖੋ ਇਹਨਾਂ ਨੇ ਇਤਰ ਦਾ ਵਪਾਰੀ ਸਾਡਾ ਬਣਾਤਾ। ਉਹ ਜਿਹੜਾ ਇਤਰ ਦਾ ਵਪਾਰੀ ਹੈ ਉਹਦੇ ਸਮਾਜਵਾਦੀ ਪਾਰਟੀ ਨਾਲ ਸੰਬੰਧ ਆ, ਔਰ ਇਹ ਬਾਕੀ ਚੀਜ਼ਾਂ ਵੀ ਸਾਡੀਆਂ ਹੀ ਬਣਾਈ ਜਾਂਦੇ ਨੇ। ਐਸੀ ਕੋਈ ਗੱਲ ਨਹੀਂ। ਮਾਨਯੋਗ ਸੁਪਰੀਮ ਕੋਰਟ ਅੱਜ ਵੀ ਬੈਠੀ ਹੈ। ਜੇ ਕਿਸੇ ਤੇ ਕੋਈ ਗਲਤ ਕਾਰਵਾਈ ਹੋਈ ਆ, ਜਿਸ ਤਰ੍ਹਾਂ ਮਜੀਠੀਆ ਜੀ ਦੇ ਕੇਸ 'ਚ ਟਿੱਪਣੀਆਂ ਆਈਆਂ ਨੇ, ਤਾਂ ਬਾਕੀ ਕੇਸਾਂ 'ਚ ਵੀ ਆਉਂਦੀਆਂ ਕਿਉਂ ਨਹੀਂ ਆਈਆਂ? ਈਡੀ ਦੀਆਂ ਰੇਡਸ ਤੇ ਕਿਉਂ ਨਹੀਂ ਆਈਆਂ? ਕਿਉਂ ਲੋਕ ਅੱਜ ਵੀ ਨਹੀਂ ਜਾ ਰਹੇ? ਅੱਜ ਵੀ ਜਾਂਚ ਚੱਲ ਰਹੀ ਹੈ ਉਹਨਾਂ ਦੇ ਭਤੀਜੇ ਦੀ, ਮਮਤਾ ਬੈਨਰਜੀ ਦੇ। ਅੱਜ ਵੀ ਜਾਂਚ ਚੱਲ ਰਹੀ ਆ ਚੰਨੀ ਸਾਹਿਬ ਦੇ ਭਤੀਜੇ ਦੀ, ਤੇ ਇਹ ਜਾਂਚ ਚੱਲਦੀ ਹੈ। ਔਰ ਕੇਸ ਵੀ ਉਸ ਵੇਲੇ ਇਹਨਾਂ ਦੀ ਸਰਕਾਰ ਨਹੀਂ, ਇਹਨਾਂ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਸੀਗੇ ਉਦੋਂ, ਉਹਨਾਂ ਨੇ ਰਜਿਸਟਰ ਕੀਤਾ ਸੀ ਇਲੀਗਲ ਮਾਈਨਿੰਗ ਦਾ। ਪਰ ਈਡੀ ਔਰ ਸੀਬੀਆਈ ਬਹੁਤ ਹੌਲੀ ਹੌਲੀ ਧੀਮੀ ਗਤੀ ਨਾਲ ਜਾਂਚ ਕਰਦੇ ਆ। ਜਦੋਂ ਪ੍ਰੂਫ ਮਿਲ ਜਾਂਦੇ ਆ ਤਾਂ ਉਹ ਰੇਡ ਕਰਦੇ ਆ। ਤੇ ਇਹ ਰੇਡ ਇਸ ਤਰ੍ਹਾਂ ਹੋਈਆਂ ਨੇ, ਇਹ ਰੇਡ ਕੋਈ ਸੈਂਟਰ ਨੇ ਥੋੜਾ ਕਰਾਤੀਆਂ। ਇਸ ਕਰਕੇ ਹਰ ਗੱਲ ਨੂੰ ਇਦਾਂ ਜੋੜ ਲੈਣਾ, ਤੇ ਇਹਨਾਂ ਨੂੰ ਪੁੱਛੋ ਵੀ ਉਹ ਜਿਹੜੇ 10 ਕਰੋੜ ਰੁਪਇਆ ਸੀ ਜਾਂ ਬਾਕੀ ਚੀਜ਼ਾਂ ਸਾਰੀਆਂ, ਉਹ ਅਸੀਂ ਤਾਂ ਨਹੀਂ ਰੱਖ ਆਏ, ਉਹ ਸਾਹਮਣੇ ਆਈਆਂ ਨੇ, ਉਹ ਸਾਹਮਣੇ ਸਾਰਿਆਂ ਦੇ ਕੋਲ ਨੇ। ਤੇ ਇਸ ਕਰਕੇ ਵਿਕਰਮ ਮਜੀਠੀਆ ਦੇ ਕੇਸ 'ਚ ਇਹ ਆ ਕਿ ਤੁਸੀਂ ਪੌਣੇ 5 ਸਾਲ ਚੁੱਪ ਰਹੇ ਨੇ, ਤੁਹਾਡੀ ਸਰਕਾਰ ਆਈ ਹੋਈ ਆ, ਤੇ ਨੇੜੇ ਆ ਕੇ ਤੁਸੀਂ ਮੁਕੱਦਮਾ ਦਰਜ ਕਰਦੇ ਹੋ। ਇਸ ਕਰਕੇ ਮਾਨਯੋਗ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ। ਸਰਕਾਰ ਤਾਂ ਤੁਹਾਡੀ ਸੀਗੀ, ਮੁੱਖ ਮੰਤਰੀ ਤੁਹਾਡਾ ਸੀਗਾ। ਠੀਕ ਹੈ, ਮੈਂ ਅਮਿਤ ਜੀ ਤੁਹਾਡੇ ਕੋਲ ਆਉਣਾ ਪਹਿਲਾਂ। ਅਹਿਬਾਬ ਗਰੇਵਾਲ ਗੌਰਵ ਜੀ ਗਰੇਵਾਲ ਸਾਹਿਬ ਕਹਿ ਰਹੇ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਟਿੱਪਣੀ ਨਹੀਂ ਕੀਤੀ। ਮਾਨਯੋਗ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ, ਅਭਿਸ਼ੇਕ ਬੈਨਰਜੀ ਵਾਲੇ ਕੇਸ 'ਚ ਵੀ ਕੀਤੀ। ਮਾਨਯੋਗ ਸੁਪਰੀਮ ਕੋਰਟ ਨੇ ਸਰ ਕੀ ਕਹਿੰਦੇ, ਰੱਬ ਤੁਹਾਡਾ ਭਲਾ ਕਰੇ, ਕਾਰਤੀ ਚਿਦੰਬਰਮ ਵਾਲੇ ਕੇਸ 'ਚ ਵੀ ਟਿੱਪਣੀ ਕੀਤੀ। ਮਾਨਯੋਗ ਸੁਪਰੀਮ ਕੋਰਟ ਨੇ ਟਿੱਪਣੀਆਂ ਕੀਤੀਆਂ ਗਰੇਵਾਲ ਸਾਹਿਬ। ਐਂਡ ਤੁਹਾਡੀ ਗੱਲ ਤੇ ਕਿੰਨਾ ਕੁ ਯਕੀਨ ਕਰੀਏ? ਤੁਸੀਂ ਤਾਂ ਸਵਾ ਸਾਲ ਇਹੀ ਕਹਿੰਦੇ ਰਹੇ ਕਿ ਕਾਨੂੰਨ ਵਾਪਸ ਨਹੀਂ ਹੋਣਗੇ, ਇਹਨਾਂ ਦੇ ਜੁੱਤੀਆਂ ਮਾਰਾਂਗੇ, ਸਾਰਾ ਕੁਝ ਕਰਾਂਗੇ। ਮੁੜ ਕੇ ਉਹ ਵੀ ਹੋ ਗਿਆ ਤੇ ਤੁਸੀਂ ਵੀ ਬਾਹਰ ਹੋ ਗਏ। ਹੁਣ ਤੁਸੀਂ ਕਿਸ ਅਥਾਰਟੀ ਨਾਲ ਬੋਲ ਰਹੇ ਹੋ? ਤੁਸੀਂ ਕਿਸ ਅਥਾਰਟੀ ਨਾਲ ਕਹਿ ਰਹੇ ਹੋ ਕਿ ਬੀਜੇਪੀ ਆ ਨਹੀਂ ਕਰਦੀ? ਬੀਜੇਪੀ ਤਾਂ ਕਰਦੀ ਹੈ ਸਰ। ਐਂਡ ਤੁਸੀਂ ਇਸ ਗੱਲ ਦੇ ਜਿਉਂਦੇ ਜਾਗਦੇ ਗਵਾਹ ਹੋ। ਤੁਸੀਂ ਸਬੂਤ ਹੋ ਇਸ ਗੱਲ ਦਾ ਕਿ ਡਬਲ ਸਟੈਂਡਰਡਸ ਨੇ। ਛੋਟਾ ਜਿਹਾ ਕਮੈਂਟ ਤੁਹਾਡਾ ਜ਼ਰੂਰੀ ਹੈ ਇੱਥੇ ਲੈਣਾ। ਮੈਂ ਅਮਿਤ ਜੀ ਔਰ ਕਲੇਰ ਸਾਹਿਬ ਤੁਹਾਡੇ ਕੋਲ ਆਉਣਾ। ਹਰਜੀਤ ਗਰੇਵਾਲ ਜੀ। ਹਾਂਜੀ, ਇਹ ਮੈਨੂੰ ਪੁੱਛ ਰਹੇ ਆ ਕਿਸ ਅਥਾਰਟੀ ਨਾਲ ਬੋਲ ਰਹੇ ਹੋ। ਮੈਂ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦਾ ਸਦੱਸ ਹਾਂ, ਤੇ ਉਹ ਉਸੇ ਅਥਾਰਟੀ ਨਾਲ ਬੋਲ ਰਿਹਾ। ਔਰ ਦੂਸਰੀ ਗੱਲ ਜਿਹੜੀ ਆ, ਇਹ ਅਥਾਰਟੀ ਇਦਾਂ ਨਹੀਂ ਪੁੱਛੀ ਦੀ ਮੈਂ ਤੁਹਾਡੇ ਕੋਲੋਂ ਤੁਹਾਡੀ ਪਾਰਟੀ ਦੀ ਅਥਾਰਟੀ ਪੁੱਛਾਂ, ਉਹ ਵੀ ਠੀਕ ਨਹੀਂ ਹੁੰਦਾ। ਇਹ ਸਾਨੂੰ ਥੋੜਾ ਜਿਹਾ ਸੰਯਮ ਰੱਖਣਾ ਚਾਹੀਦਾ ਟਿੱਪਣੀਆਂ ਕਰਦੇ ਹੋਏ। ਔਰ ਦੂਜੀ ਗੱਲ ਇਹ ਆ ਕਿ ਇਹ ਕੇਂਦਰ ਸਰਕਾਰ ਦਾ ਇਹਦੇ 'ਚ ਕੋਈ ਦੋਸ਼ ਨਹੀਂ ਹੈ। ਏਜੰਸੀਆਂ ਨੇ, ਅਸੀਂ ਕੋਈ ਇਹ ਟਾਈਮਿੰਗ ਦੇਖ ਕੇ ਨਹੀਂ ਕੀਤਾ। ਇਹਨਾਂ ਦੀ ਕਾਂਗਰਸ ਦੀ ਸਰਕਾਰ ਦਾ ਕੇਸ ਆ, ਉਹ ਇਹਨਾਂ ਦੇ ਮੁੱਖ ਮੰਤਰੀ ਨੇ ਦਰਜ ਕਰਵਾਇਆ ਸੀ ਉੱਪਰੋਂ ਇਲੀਗਲ ਮਾਈਨਿੰਗ ਹੁੰਦੀ ਦੇਖ ਕੇ। ਫਿਰ ਕੇਜਰੀਵਾਲ ਜੀ ਨੇ ਆਰੋਪ ਲਾਏ ਸੀ ਇਲੀਗਲ ਮਾਈਨਿੰਗ ਦੇ। ਉਸ ਤੋਂ ਬਾਅਦ ਜਾ ਕੇ ਚੰਨੀ ਸਾਹਿਬ ਨੇ ਉੱਥੇ ਸਫਾਈਆਂ ਦਿੱਤੀਆਂ। ਇੱਕ ਮੁੱਖ ਮੰਤਰੀ ਨੂੰ ਕੀ ਜ਼ਰੂਰਤ ਹੈ ਜੀ ਸਫਾਈ ਦੇਣ ਦੀ? ਇਹਨਾਂ ਨੂੰ ਪੁੱਛੋ। ਤੇ ਜੇ ਕੋਈ ਇਹਨਾਂ ਦੀ ਇਨਵੋਲਵਮੈਂਟ ਸੀ, ਕੋਈ ਗੱਲ ਸੀ, ਤਾਂ ਦੀ ਸਫਾਈ ਦੇਣੀ ਪਈ। ਉਸ ਤੋਂ ਬਾਅਦ ਜਦੋਂ ਰੇਡ ਹੋਈ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਹੁਣ ਉਸ ਤੋਂ ਬਾਅਦ ਵੀ ਸਾਡੇ ਬਾਰੇ ਬੋਲਦੇ ਹੋਏ ਸੋਚਦੇ ਸੰਯਮ ਦੇਖਣਾ ਚਾਹੁੰਦਾ ਸੀ। ਇਹ ਸੰਯਮ ਕਿਸਾਨਾਂ ਵੇਲੇ ਤਾਂ ਸੀਗਾ ਨਹੀਂ ਇਹਨਾਂ ਦਾ। ਹੁਣ ਸਾਨੂੰ ਸੰਯਮ ਰੱਖਣ ਨੂੰ ਕਹਿੰਦੇ ਆ। ਕਿਸਾਨਾਂ ਵੇਲੇ ਸਵਾ ਸਾਲ ਸੰਯਮ ਰੱਖਿਆ ਗਰੇਵਾਲ ਸਾਹਿਬ ਨੇ। ਹੁਣ ਮੈਨੂੰ ਕਹਿੰਦੇ ਕਿ ਸੰਯਮ ਰੱਖਣਾ ਚਾਹੀਦਾ। ਆਪਾਂ ਤਾਂ ਉਹਨਾਂ ਨੂੰ ਸਭ ਕੁਝ ਕਹਿਤਾ ਜੀ। ਆਪਾਂ ਖਾਲਿਸਤਾਨੀ ਕਹਿਤਾ, ਆਪਾਂ ਨੈਕਸਲਾਈਟ ਕਹਿਤਾ, ਆਪਾਂ ਸਭ ਕੁਝ ਕਹਿਤਾ। ਉਦੋਂ ਸੰਯਮ ਜ਼ਰੂਰੀ ਸੀ ਜਦੋਂ ਆਪਣੇ ਇੱਕ ਮਿੰਟ ਸੁਣੋ। ਜ਼ਰੂਰੀ ਹੋ ਗਿਆ ਗਰੇਵਾਲ ਸਾਹਿਬ। ਤਾਂ ਹੀ ਮੈਂ ਜਾਣ ਕੇ ਕੀ ਗੱਲਾਂ ਕਰਨ ਲੱਗੇ ਆ। ਮੈਂ ਰਿਐਕਸ਼ਨ ਦੇਖਣਾ ਚਾਹੁੰਦਾ ਸੀ ਜੀ। ਨਹੀਂ ਰਿਐਕਸ਼ਨ ਤੁਸੀਂ ਮੇਰਾ ਨਹੀਂ ਦੇਖ ਸਕਦੇ ਨਾ, ਤੁਹਾਨੂੰ ਸਮਝ ਆ। ਪਹਿਲੀ ਗੱਲ ਤਾਂ ਇਹ ਆ ਕਿ ਕਿਸਾਨਾਂ ਬਾਰੇ ਜੋ ਮੈਂ ਬੋਲਿਆ ਸੀ ਮੇਰੇ ਮੂੰਹ 'ਚ ਪਾ ਕੇ ਨਾ ਬੋਲੋ। ਮੈਂ ਅੱਜ ਵੀ ਕਹਿਣਾ ਕਿ ਸਾਡੇ ਕਾਨੂੰਨ ਅੱਛੇ ਸੀ, ਉਹ ਅਸੀਂ ਸਮਝਾ ਨਹੀਂ ਸਕੇ। ਇਹੀ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ। ਅਸੀਂ ਤਾਂ ਮਾਫੀ ਮੰਗ ਲਈ। ਉਸ ਤੋਂ ਬਾਅਦ ਤੁਸੀਂ ਅੱਜ ਤੱਕ 84 ਦੀ ਨਸਲਕੁਸ਼ੀ ਦੀ ਮਾਫੀ ਨਹੀਂ ਮੰਗੀ। ਤੁਸੀਂ ਅੱਜ ਤੱਕ ਜਿਹੜੇ 84 ਦੀ ਨਸਲਕੁਸ਼ੀ ਦੇ ਦੋਸ਼ੀ ਨੇ, ਜਿਨ੍ਹਾਂ ਨੇ ਖਾਲਸਾ ਦਾ ਕਤਲੇਆਮ ਮਚਾਇਆ, ਉਹਨਾਂ ਨੂੰ ਕਾਂਗਰਸ ਦੇ ਉੱਚ ਪਦਾਂ ਤੇ ਰੱਖਿਆ। 27 ਲੋਕ ਨੇ ਉਹ। ਮੈਂ ਕਾਂਗਰਸੀ ਨਹੀਂ ਹੈਗਾ। ਠੀਕ ਹੈ, ਡੀਰੇਲ ਹੋ ਜਾਏਗਾ ਮਾਮਲਾ ਪੂਰਾ। ਮੈਂ ਵਾਪਸ ਆਣਾ ਹੈ। ਠੀਕ ਹੈ ਅਹਿਬਾਬ ਗਰੇਵਾਲ ਜੀ ਔਰ ਹਰਜੀਤ ਜੀ, ਥੋੜਾ ਜਿਹਾ ਹੋਲਡ ਕਰੋ, ਆਪਾਂ ਡੀਰੇਲ ਨਾ ਹੋ ਜਾਈਏ। ਆਮ ਤੌਰ ਤੇ ਚਰਚਾ ਦੇ ਵਿੱਚ ਇਹੀ ਹੁੰਦਾ ਕਿ ਜਿਹੜਾ ਮੁੱਦਾ ਲੈ ਕੇ ਚੱਲੋ, ਮੁੱਦਾ ਕਿਤੇ ਹੋਰ ਹੀ ਪਹੁੰਚ ਜਾਂਦਾ ਹੈ। ਅਮਿਤ ਬਾਵਾ ਜੀ, ਤੁਹਾਡਾ ਇੱਕ ਰਿਐਕਸ਼ਨ ਪਹਿਲਾਂ। ਦੇਖੋ, ਸਵਾਲ ਇਹ ਹੈ ਕਿ ਜੇ ਤੁਹਾਨੂੰ ਈਡੀ ਦੀ ਰੇਡ ਬਦਲਾਖੋਰੀ ਲੱਗਦੀ ਹੈ ਤਾਂ ਫਿਰ ਵਿਕਰਮ ਮਜੀਠੀਆ ਦੇ ਖਿਲਾਫ ਦਰਜ ਹੋਇਆ ਪਰਚਾ ਬਦਲਾਖੋਰੀ ਕਿਉਂ ਨਹੀਂ ਹੈ? ਗੌਰਵ ਜੀ, ਈਡੀ ਦੀ ਰੇਡ ਕੱਲੇ ਪੰਜਾਬ 'ਚ ਨਹੀਂ ਪਈ। ਹਰ ਉਸ ਸਟੇਟ ਦੇ ਵਿੱਚ ਜਿੱਥੇ ਇਲੈਕਸ਼ਨ ਹੁੰਦਾ ਤੇ ਬੀਜੇਪੀ ਦੇ ਵਿਰੋਧੀ ਪਾਰਟੀ ਦੀ ਸਰਕਾਰ ਹੁੰਦੀ, ਉੱਥੇ ਈਡੀ ਦੀ ਰੇਡ ਅਚਾਨਕ ਪੈ ਜਾਂਦੀ ਹੈ ਇਲੈਕਸ਼ਨ ਤੋਂ ਪਹਿਲਾਂ। ਇਸ ਕਰਕੇ ਉਹ ਬਦਲਾਖੋਰੀ ਹੈ।
ਵਿਕਰਮ ਸਿੰਘ ਮਜੀਠੀਆ ਦਾ ਮਾਮਲਾ ਪੁਰਾਣਾ ਮਾਮਲਾ ਚਲਾ ਰਿਹਾ ਸੀਗਾ। 2017 ਚ ਇਹਦੀ ਐਸਟੀਐਫ ਬਣੀ, 18 ਚ ਉਹਦੀ ਰਿਪੋਰਟ ਸਬਮਿਟ ਹੋਈ। ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਰਹਿੰਦੇ ਹੋਏ ਬੀਜੇਪੀ ਦੇ ਇਸ਼ਾਰੇ ਤੇ ਚੱਲਦੇ ਸੀ। ਇਹਨਾਂ ਦੇ ਭਾਈਵਾਲ ਸੀ ਮਿਲੇ ਹੋਏ ਕਿ ਜੋ ਹੁਣ ਜਨਤਕ ਹੋ ਗਿਆ ਉਹ ਸਰੇਆਮ ਇਹਨਾਂ ਨਾਲ ਅਲਾਈਅੰਸ ਕਰਕੇ ਬਹਿ ਗਏ। 2 ਸਾਲ ਕਰੋਨਾ ਖਾ ਗਿਆ, ਹਾਈ ਕੋਰਟਾਂ ਵਰਚੁਅਲ ਚੱਲੀ, ਇਸ ਕਰਕੇ ਪੈਰਵਾਈ ਹੋ ਨਹੀਂ ਸਕੀ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ, ਉਹ ਤੋਂ ਬਾਅਦ ਡੀਜੀਪੀ ਵਾਲਾ ਰੌਲਾ ਪਿਆ ਰਿਹਾ। ਹੁਣ ਜਾ ਕੇ ਨਹੀਂ ਈਡੀ ਦੀ ਰੇਡ ਵੀ ਸਰ ਹੈ ਤਾਂ ਮਾਮਲਾ ਪੁਰਾਣਾ, ਜੇ ਮੈਂ ਗਲਤ ਨਹੀਂ ਤਾਂ 2017-18 ਦੇ ਵਿੱਚ ਉਹ ਵੀ ਈਡੀ ਦਾ ਮਾਮਲਾ ਜਿਹੜਾ ਦਰਜ ਹੋਇਆ ਸੀ ਉਹ ਅੱਗੇ ਇਨਵੈਸਟੀਗੇਸ਼ਨ ਜੀ ਈਡੀ ਕੱਲੇ ਪੰਜਾਬ 'ਚ ਨਹੀਂ ਪੈਂਦੀ, ਈਡੀ ਦੀ ਰੇਡਾਂ ਵੈਸਟ ਬੰਗਾਲ 'ਚ ਵੀ ਪਈਆਂ ਨੇ, ਬਿਹਾਰ 'ਚ ਵੀ ਪਈਆਂ ਨੇ, ਹਰ ਇਲੈਕਸ਼ਨ ਬਾਉਂਡ ਸਟੇਟ 'ਚ ਈਡੀ ਦੀ ਰੇਡ ਪੈਂਦੀ ਹੈ। ਚਲੋ ਸਿਆਸਤ ਹੈ ਸਰ, ਪੰਜਾਬ ਦੀ ਸਰਕਾਰ ਹੈ ਜਿਨ੍ਹਾਂ ਦੀ, ਉਹਨਾਂ ਦੀ ਸੈਂਟਰ 'ਚ ਸਰਕਾਰ ਹੈ ਜਿਨ੍ਹਾਂ ਪਰ ਤੁਸੀਂ ਇਲਜ਼ਾਮ ਲਗਾਉਂਦੇ ਹੋ। ਕਲੇਰ ਸਾਹਿਬ ਗੌਰਵ ਜੀ ਦੇਖੋ, ਮਜੀਠੀਆ ਸਾਹਿਬ ਦੇ ਕੇਸ 'ਚ ਇੱਕ ਗੱਲ ਸਪਸ਼ਟ ਹੈ ਕਿ 3 ਡੀਜੀਪੀ ਬਦਲੇ ਗਏ, 4 ਬਿਊਰੋ ਆਫ ਇਨਵੈਸਟੀਗੇਸ਼ਨ ਦੇ ਚੀਫ ਬਦਲੇ ਗਏ। ਸਾਰੀਆਂ ਚੀਜ਼ਾਂ ਸੁਪਰੀਮ ਕੋਰਟ ਨੇ ਦੇਖੀਆਂ ਨੇ। ਇੱਕ ਏਡੀਜੀਪੀ ਅਸਥਾਨਾ ਸਾਹਿਬ ਨੇ ਸਰਕਾਰ ਦੇ ਉੱਤੇ ਕਿੰਨੇ ਗੰਭੀਰ ਇਲਜ਼ਾਮ ਲਾਏ, ਇਹ ਵੀ ਸਭ ਦੇ ਸਾਹਮਣੇ ਹੈ। ਔਰ ਅੱਜ ਬਾਵਾ ਜੀ ਗੱਲਾਂ ਤਾਂ ਬੜੀਆਂ ਕਰਦੇ ਨੇ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਆਹੀ ਚਰਨਜੀਤ ਚੰਨੀ, ਸੁੱਖੀ ਰੰਧਾਵਾ, ਨਵਜੋਤ ਸਿੱਧੂ, ਇਹ ਸਾਰੀ ਅਮਰਿੰਦਰ ਸਿੰਘ ਦੀ ਕੈਬਨਿਟ 'ਚ ਮੰਤਰੀ ਸੀ। ਕਿਸੇ ਨੇ ਅਸਤੀਫਾ ਦਿੱਤਾ, ਆਪਣਾ ਅਹੁਦਾ ਛੱਡਿਆ ਕਿ ਜੀ ਉਰੇ ਕੋਈ ਕਾਰਵਾਈ ਨਹੀਂ ਹੋ ਰਹੀ। ਗੱਲ ਕੀ ਹੈ ਕਿ ਜਦੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ, ਆਪਣੀ ਫੇਸ ਸੇਵਿੰਗ ਲਈ ਇੱਕ ਇਨਕੰਪੀਟੈਂਟ ਡੀਜੀਪੀ ਜਿਹੜਾ ਪੀਓ ਨਾਲ ਮਿਲਿਆ ਹੋਇਆ ਹੈ, ਹੁਣ ਤਾਂ ਰਿਕਾਰਡਿੰਗਾਂ ਸਾਹਮਣੇ ਨੇ ਕਿਸ ਤਰੀਕੇ ਛੜਯੰਤਰ ਰਚਦਾ ਹੈ ਔਰ ਜਾਲੀ ਸਾਈਨਾਂ ਨਾਲ ਡੀਐਸਪੀ ਲਾਏ ਜਾਂਦੇ, ਉਹ ਵੀ ਬਾਰਡਰ ਸਟੇਟ ਦੇ ਵਿੱਚ। ਉਹ ਇਹੋ ਜਿਹਾ ਮਾਲਕ ਦਾ ਬੰਦਾ ਜਿਹੜਾ ਆਪ ਡਰੱਗ 'ਚ ਇਨਵੋਲਡ ਹੈ। ਸੋ ਉਹ ਇਹੋ ਜਿਹੇ ਡੀਜੀਪੀ ਤੋਂ ਇੱਕ ਜਾਲੀ ਪਰਚਾ ਕਰਾ ਲਿਆ ਜਿਹੜਾ ਕਿ ਸੁਪਰੀਮ ਕੋਰਟ ਤੱਕ ਨੇ ਹੁਣ ਇਹਨਾਂ ਦੇ, ਔਰ ਸੁਪਰੀਮ ਕੋਰਟ ਨੇ ਇਹਨਾਂ ਤੇ ਟਿੱਪਣੀ ਕੀਤੀ ਹੈ। ਇਹ ਗੱਲ ਬੜੀ ਸਪਸ਼ਟ ਹੋ ਗਈ ਹੈ ਕਿ ਕਾਂਗਰਸ ਹੁਣ ਨੰਗੀ ਹੋ ਗਈ ਹੈ। ਸੁਪਰੀਮ ਕੋਰਟ ਦੇ ਵਿੱਚ ਵੀ ਇਹਨਾਂ ਦੇ ਚਿਹਰੇ ਨੰਗੇ ਹੋ ਗਏ ਨੇ। ਔਰ ਅੱਜ ਦੀ ਟਿੱਪਣੀ ਜਿਹੜੀ ਸੁਪਰੀਮ ਕੋਰਟ ਦੀ ਹੈ ਉਹ ਇਹਨਾਂ ਨੂੰ ਸ਼ੀਸ਼ਾ ਦਿਖਾਉਣ ਵਾਲੀ ਹੈ। ਇਹ ਆਪਣੇ ਕਿਰਦਾਰ ਨੂੰ ਹੁਣ ਚੰਗੇ ਤਰੀਕੇ ਪਛਾਣ ਚੁੱਕੇ ਆ ਲੋਕਾਂ ਦੇ ਸਾਹਮਣੇ, ਔਰ ਲੋਕਾਂ ਨੇ ਹੁਣ ਮਾਫ ਨਹੀਂ ਕਰਨਾ ਇਹਨਾਂ ਨੂੰ। ਇਹ ਜਿਹੜੀ ਸਿਆਸੀ ਬਦਲਾਖੋਰੀ ਹੈ ਇਹ ਸੁਪਰੀਮ ਕੋਰਟ ਨੇ ਵੀ ਹੁਣ ਇਹਨਾਂ ਨੂੰ ਕਹਿ ਦਿੱਤਾ। ਔਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਸਰਕਾਰ ਲਈ ਇਹ ਤੋਂ ਨਮੋਸ਼ੀ ਵਾਲੀ ਗੱਲ ਕੋਈ ਹੋ ਸਕਦੀ ਹੈ ਕਿ ਦੇਸ਼ ਦੀ ਸਰਵਉੱਚ ਅਦਾਲਤ ਉਹਨੂੰ ਕਹਿ ਦੇਵੇ ਕਿ ਜੀ ਸਿਆਸੀ ਬਦਲਾਖੋਰੀ ਤਹਿਤ ਕੰਮ ਕਰਦੀ ਹੈ। ਇਹ ਪੰਜਾਬ ਸਰਕਾਰ ਲਈ ਤੀਜੀ ਵਾਰ ਬਹੁਤ ਵੱਡਾ ਨਮੋਸ਼ੀ ਵਾਲਾ ਸਮਾਂ ਬਣਿਆ। ਸੋ ਇਹ ਮੇਰੇ ਵੀਰ ਪਤਾ ਨਹੀਂ ਕਿਉਂ ਐਸੀਆਂ ਗੱਲਾਂ, ਅਸੀਂ ਨਹੀਂ ਕਾਨੂੰਨ ਤੋਂ ਭੱਜਦੇ। 3 ਵਾਰੀ ਬੁਲਾਇਆ ਮਜੀਠੀਆ ਸਾਹਿਬ ਨੂੰ, 3 ਵਾਰੀ ਪੇਸ਼ ਹੋਏ। ਸੋ ਇਹ ਆਪਣੇ ਆਪ ਨੂੰ ਜਰਾ ਮੈਂ ਕਹਿੰਦਾ ਫੈਕਟਸ ਤੋਂ ਠੀਕ ਕਰ ਲੈਣ ਔਰ ਗੱਲਾਂ ਇੱਧਰ ਉੱਧਰ ਦੀਆਂ ਨਾ ਕਰਨ। ਸਿਰਫ ਇਹ ਗੱਲ ਦੱਸੋ ਕਿ ਸੁਪਰੀਮ ਕੋਰਟ ਨੇ ਜੋ ਤੁਹਾਡੇ ਤੇ ਟਿੱਪਣੀ ਕੀਤੀ ਹੈ ਉਹਦਾ ਕੀ ਜਵਾਬ ਹੈ ਬਾਬਾ ਜੀ? ਬਾਬਾ ਜੀ ਸੁਪਰੀਮ ਕੋਰਟ ਦੀ ਟਿੱਪਣੀ ਦਾ ਜਵਾਬ ਦਿਓ। ਦੇਖੋ ਇੱਥੇ ਪ੍ਰੋਬਲਮ ਪਤਾ ਕੀ ਹੈ, ਹਰ ਪੋਲੀਟੀਕਲ ਪਾਰਟੀ ਦਾ ਬਦਲਾਖੋਰੀ ਵਾਲਾ ਪੈਮਾਨਾ ਆਪਣਾ ਆਪਣਾ ਹੈ। ਇੱਥੇ ਇਹੀ ਪ੍ਰੋਬਲਮ ਹੈ ਕਿ ਹਰ ਕਿਸੇ ਨੂੰ ਲੱਗਦਾ ਕਿ ਜਿਹੜੀ ਸਾਡੇ ਖਿਲਾਫ ਕਾਰਵਾਈ ਹੋਗੀ ਉਹ ਬਦਲਾਖੋਰੀ ਹੈ, ਜਿਹੜੀ ਦੂਜੇ ਦੇ ਖਿਲਾਫ ਹੋਈ ਹੈ ਉਹ ਬਦਲਾਖੋਰੀ ਨਹੀਂ ਹੈ। ਕਾਂਗਰਸ ਵਾਲੇ ਵੀ ਐਵੇਂ ਕਹਿ ਰਹੇ ਨੇ ਔਰ ਅਕਾਲੀ ਦਲ ਵੀ ਇਸ ਤਰੀਕੇ ਨਾਲ ਕਹਿ ਰਿਹਾ, ਬਾਕੀ ਪਾਰਟੀਆਂ ਵੀ। ਅਹਿਬਾਬ ਗਰੇਵਾਲ ਸਰ, ਮੈਂ ਗੱਲ ਸੁਣ ਰਿਹਾ ਸੀ ਕਲੀਅਰ ਸਾਹਿਬ ਦੀ, ਇਹ ਕਹਿ ਰਹੇ ਕਿ ਡੀਜੀਪੀ ਏਡੀਜੀਪੀ ਬਦਲੇ, ਜਦੋਂ ਕਿਸੇ ਪਿੰਡ ਦੇ ਪੰਚ ਸਰਪੰਚ ਤੇ ਪਰਚਾ ਪਾਉਣਾ ਪੈਂਦਾ ਸੀ ਤੁਸੀਂ ਵੀ ਐਸਐਚਓ ਡੀਐਸਪੀ ਬਦਲਾਉਂਦੇ ਰਹੇ ਹੋ, ਏਐਸਆਈ ਬਦਲਾਉਂਦੇ ਰਹੇ ਹੋ। ਉਹ ਗਰੇਵਾਲ ਸਾਹਿਬ ਤੁਸੀਂ ਨਾ ਕੋਈ ਮੈਂ ਕਹਿੰਦਾ ਸੀਰੀਅਸ ਡਿਬੇਟ ਕਰਿਆ ਕਰੋ ਜੀ। ਜੇ ਤੁਸੀਂ ਮੁੱਦਿਆਂ ਤੋਂ ਇੱਧਰ ਉੱਧਰ ਨਾ ਰਿਹਾ ਕਰੋ, ਤੁਸੀਂ ਅੱਜ ਦੀ ਸੁਪਰੀਮ ਕੋਰਟ ਦੀ ਟਿੱਪਣੀ ਉੱਤੇ ਗੱਲ ਕਰੋ। ਕਿਉਂ ਇੱਧਰ ਉੱਧਰਲੀਆਂ ਗੱਲਾਂ ਮਾਰ ਕੇ ਲੋਕਾਂ ਦਾ ਸਮਾਂ ਬਰਬਾਦ ਕਰਦੇ ਹੋ ਤੁਸੀਂ? ਮੈਂ ਇਹ ਗੱਲ ਗੌਰਵ ਜੀ ਇਹਨਾਂ ਨੂੰ ਪੁੱਛੋ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਐਡੀ ਟਿੱਪਣੀ ਕਰਤੀ ਹੈ ਤਾਂ ਆਮ ਆਦਮੀ ਪਾਰਟੀ ਬੀ ਟੀਮ ਦੇ ਤੌਰ ਤੇ ਪੰਜਾਬ ਸਰਕਾਰ ਦਾ ਬਚਾਓ ਕਰਨ 'ਚ ਕਿਉਂ ਲੱਗੀ ਹੋਈ ਹੈ? ਇਹ ਦੱਸਣ ਲੋਕਾਂ ਨੂੰ, ਦੱਸਣ ਕੀ ਸਮਝੌਤਾ ਕੀਤਾ ਇਹਨਾਂ ਦਾ ਆਪਸ ਵਿੱਚ। ਸੋ ਇੱਧਰ ਉੱਧਰਲੀਆਂ ਗੱਲਾਂ ਕਰਕੇ ਜਿਹੜੇ ਗਰੇਵਾਲ ਸਾਹਿਬ ਹੈ ਇਹ ਕਾਂਗਰਸ ਨੂੰ ਬਚਾਉਣਾ ਚਾਹੁੰਦੇ ਆ। ਇਹ ਬਾਬ ਗਰੇਵਾਲ ਜੀ ਕਾਂਗਰਸ ਨੂੰ ਬਚਾਉਣਾ ਚਾਹੁੰਦੇ ਆ। ਇੱਕ ਇੱਕ ਕਰਕੇ ਦੱਸੋ, ਤੁਸੀਂ ਪੰਜਾਬ ਕਾਂਗਰਸ ਦੇ ਨੁਮਾਇੰਦੇ ਹੋ ਗਰੇਵਾਲ ਸਾਹਿਬ? ਤੁਸੀਂ ਆਪਣੀ ਗੱਲ ਰੱਖਿਓ ਨਾ। ਨਹੀਂ ਇੱਕ ਸੈਕਿੰਡ ਸਰ, ਦੇਖੋ ਜਵਾਬ ਸੁਣ ਲਓ ਫਿਰ ਬੋਲ ਲਿਓ। ਆਪਣੀ ਗੱਲ ਰੱਖੋ, ਲੋਕਾਂ ਤੱਕ ਪਹੁੰਚ ਜਾਵੇ, ਸਮਾਂ ਖਰਾਬ ਹੋ ਜਾਂਦਾ ਇਸ ਤਰੀਕੇ। ਉਹ ਗਰੇਵਾਲ ਸਾਹਿਬ ਤੁਸੀਂ ਸੁਪਰੀਮ ਕੋਰਟ ਨੇ ਐਡੀ ਗੰਭੀਰ ਟਿੱਪਣੀ ਕੀਤੀ ਹੈ, ਤੁਸੀਂ ਪੰਜਾਬ ਸਰਕਾਰ ਦਾ ਬਚਾਓ ਕਰ ਰਹੇ ਹੋ ਇਹਦੇ ਵਿੱਚ? ਲਾਉਂਗਾ ਸਰ, ਮੈਂ ਸਿਰਫ ਇਹ ਕਹਿ ਰਿਹਾ ਸਰ ਮੇਰੇ ਕੋਲ 2-2.5 ਮਿੰਟ ਹੋਣਗੇ, ਮੈਂ ਛੋਟਾ ਕਮੈਂਟ ਕਰਾਂਗਾ। 2 ਮਿੰਟ ਦੇ ਦਿਓ, ਆਪਣਾ ਚਿੱਠਾ ਦਾ ਖੋਲ ਲੈਣ ਦਿਓ ਫਿਰ ਜਵਾਬ ਦੇ ਲਿਓ ਜੀ। ਸਰ ਮੈਂ ਸਿਰਫ ਇਹ ਕਹਿ ਰਿਹਾ ਕਿ ਜਦੋਂ ਆਪਾਂ ਐਸਐਚਓ ਤੋਂ ਲੈ ਕੇ ਪਿੰਡ ਦੇ ਸਰਪੰਚ ਤੇ ਪਰਚਾ ਪਾਉਣਾ ਹੋਊਗਾ, ਜੇ ਇੱਕ ਮੰਤਰੀ ਤੇ ਪਾਊਗਾ ਤਾਂ ਏਡੀਪੀ ਡੀਜੀਪੀ ਦਾ ਚੇਂਜ ਹੋਣਗੇ। ਤੁਸੀਂ ਬਿਊਰੋਕ੍ਰੇਸੀ ਇੰਨੀ ਜ਼ਿਆਦਾ ਪੋਲਿਟਿਸਾਈਜ਼ ਕਰਤੀ ਹੈ, ਤੁਸੀਂ ਪੁਲਿਸ ਇੰਨੀ ਜ਼ਿਆਦਾ ਪੋਲਿਟਿਸਾਈਜ਼ ਕਰਤੀ ਹੈ ਕਿ ਉਹ ਕੋਈ ਕੰਮ ਹੀ ਨਹੀਂ ਕਰ ਸਕਦੇ। ਅੱਜ ਦੀ ਡੇਟ 'ਚ ਇਹਦੇ ਅਫਸਰ ਉਹਦੇ ਅਫਸਰ ਹੋ ਗਏ ਸਰ, ਪੰਜਾਬੀਆਂ ਦਾ ਅਫਸਰ ਬਚਿਆ ਹੀ ਨਹੀਂ।
ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਬਿਊਰੋਕ੍ਰੇਸੀ ਬਚੀ ਨਹੀਂ। ਬੀਜੇਪੀ ਨੇ ਜੋ ਨੈਸ਼ਨਲ ਲੈਵਲ ਤੇ ਕੀਤਾ, ਜੋ ਗੌਰਵ ਜੀ, B ਟੀਮ ਐਕਟੀਵੇਟ ਹੋ ਗਈ, ਇਸਤੇਮਾਲ ਕੀਤਾ, B ਟੀਮ ਐਕਟੀਵੇਟ ਹੋ ਗਈ। ਸੁਪਰੀਮ ਕੋਰਟ ਦੇ ਕਮੈਂਟਸ ਤੇ ਵੀ ਪੰਜਾਬ ਸਰਕਾਰ ਦਾ ਬਚਾਓ ਗਰੇਵਾਲ ਸਾਹਿਬ ਕਰ ਰਹੇ ਨੇ। ਇੱਥੋਂ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ B ਟੀਮ ਦੇ ਤੌਰ ਤੇ ਸੂਬੇ ਦੇ ਵਿੱਚ ਐਕਟੀਵੇਟ ਹੋ ਗਈ ਹੈ। ਹੁਣ ਇਹ ਸੁਪਰੀਮ ਕੋਰਟ ਦੇ ਕਮੈਂਟਸ ਦੀ ਸੀਰੀਅਸਨੈਸ ਨੂੰ ਨਹੀਂ ਸਮਝ ਰਹੇ। ਇਹ ਅੱਜ ਵੀ ਕਾਂਗਰਸ ਦਾ ਬਚਾਓ ਕਰ ਰਹੇ ਨੇ। ਜਿੱਦਾਂ ਇਹਨਾਂ ਨੇ MLA ਦਿੱਤੇ ਨੇ ਕਾਂਗਰਸ ਨੂੰ, ਉਸੇ ਤਰੀਕੇ ਅੱਜ ਬਚਾਓ ਕਰ ਰਹੇ ਨੇ ਇਹ ਬਾਬ ਗਰੇਵਾਲ ਜੀ। ਬਦਲਨੇ ਪੈਂਦੇ ਤਾਂ ਵੀ ਕਾਂਗਰਸ ਸਰਕਾਰ ਬਦਲਦੀ। ਠੀਕ ਹੈ ਅਮਿਤ ਬਾਬਾ ਜੀ, ਤਿੰਨ ਨਹੀਂ 300 ਵੀ ਬਦਲਣਾ ਪੈਂਦਾ ਤਾਂ ਵੀ ਕਾਂਗਰਸ ਸਰਕਾਰ ਬਦਲਦੀ। ਤੁਸੀਂ ਇੱਕ ਸੈਕਿੰਡ, ਪੰਜਾਬ ਦੇ ਇੰਟਰਸਟ ਲਈ ਅਮਿਤ ਬਾਬਾ ਜੀ ਸਵਾਲ ਇਹ ਹੈ, ਜੇ ਤਿੰਨ ਦੀ ਬਜਾਏ ਠੀਕ ਹੈ ਚਲੋ ਤੁਸੀਂ ਕੰਪਲੀਟ ਕਰੋ। ਮੇਰਾ ਸਵਾਲ ਤਾਂ ਪਹੁੰਚਣ ਦੀ ਦੇਰ ਹੁੰਦੀ ਹੈ, ਮੈਨੂੰ ਲੱਗਦਾ ਉੱਥੇ ਤੱਕ ਪਹੁੰਚਦਾ ਨਹੀਂ, ਉਸ ਤੋਂ ਪਹਿਲਾਂ ਤੁਹਾਡੇ ਕਮੈਂਟਸ ਆ ਜਾਂਦੇ। ਠੀਕ ਹੈ ਅਮਿਤ ਬਾਬਾ ਜੇ ਤਿੰਨ ਦੀ ਬਜਾਏ 30 ਗੌਰਵ ਡੀਜੀਪੀ ਜੀ, ਬਦਲਨੇ ਪੈਂਦੇ ਤਾਂ ਇਹ ਗੌਰਵ ਜੀ ਸਰਕਾਰ ਬਦਲਦੀ। ਤੇ ਉਹ ਤੁਸੀਂ ਕਾਨੂੰਨ ਤੇ ਮੈਂ ਗਰੇਵਾਲ ਸਾਹਿਬ ਆ ਰਹੇ ਕਾਨੂੰਨ ਤੁਹਾਡੇ ਦੇ ਲਈ ਅੱਗੇ ਭੱਜ ਨਹੀਂ ਸਕਦਾ। ਕਾਨੂੰਨ ਦੇ ਮੂਹਰੇ ਸਭ ਬਰਾਬਰ ਹੈ, ਭਾਵੇਂ ਉਹ ਮੰਤਰੀ ਹੈ ਭਾਵੇਂ ਕੋਈ ਆਮ ਆਦਮੀ ਹੈ। ਠੀਕ ਹੈ, ਇਨਕੁਆਇਰੀ ਜੁਆਇਨ ਕਰੋ, ਇਨਵੈਸਟੀਗੇਸ਼ਨ ਹੋਣ। ਚੰਨੀ ਵੀ ਬਰਾਬਰ ਹੈ। ਠੀਕ ਹੈ ਗੌਰਵ ਜੀ, ਥੋੜੇ ਹੋਲਡ ਰੱਖੋ। ਗੌਰਵ ਜੀ, ਇਹਨਾਂ ਨੂੰ ਇਹ ਪੁੱਛੋ ਕਿ ਸੁਪਰੀਮ ਕੋਰਟ ਨੇ ਐਡੇ ਸੀਰੀਅਸ ਟਿੱਪਣੀ ਕਰਤੀ, ਉਹਦਾ ਜਵਾਬ ਦੇਣ ਨਾ। ਡੀਜੀਪੀ ਜਿਹੜਾ ਡੀਜੀਪੀ ਪੀਓ ਦੇ ਨਾਲ ਬਹਿ ਕੇ ਸਾਜ਼ਿਸ਼ਾਂ ਘੜਦਾ ਹੈ, ਉਹਦੇ ਤੇ ਕਿਉਂ ਨਹੀਂ ਪਰਚਾ ਦਿੰਦੇ? ਜਿਹੜਾ ਕਿ ਸ਼ਰੇਆਮ ਇੱਕ ਪ੍ਰਧਾਨ ਮੰਤਰੀ ਦੀ ਕਾਰਵਾਈ ਰੋਕਣ ਦੀਆਂ ਸਾਜ਼ਿਸ਼ਾਂ ਘੜ ਰਿਹਾ ਹੈ, ਉਹ ਰਿਕਾਰਡਿੰਗ ਦੇ ਵਿੱਚ ਆ ਗਿਆ, ਉਹਦੇ ਤੇ ਕਿਉਂ ਨਹੀਂ ਪਰਚਾ ਦਿੰਦੇ? ਕਿਉਂ ਚੁੱਪ ਹੋ ਫਿਰ? ਕਿਉਂਕਿ ਉਹਨੇ ਤੁਹਾਡੇ ਲਈ ਇੱਕ ਝੂਠਾ ਪਰਚਾ ਦਰਜ ਕਰਤਾ। ਕੁਝ ਕਹਿਣਾ ਚਾਹ ਰਹੇ ਨੇ। ਠੀਕ ਹੈ ਸਰ, ਠੀਕ ਹੈ ਥੋੜਾ ਜਿਹਾ ਹੋਲਡ। ਹਰਜੀਤ ਗਰੇਵਾਲ ਜੀ। ਗੌਰਵ ਜੀ, ਮੈਂ ਬੜਾ ਅੱਜ ਦੀ ਡਿਬੇਟ 'ਚ ਬੈਠ ਕੇ ਨਿਰਾਸ਼ ਹੋਇਆ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਕੋਲੋਂ। ਉਹ ਪਰਸਨਲ ਅਟੈਕ ਕਰਦੇ ਆ, ਮੁੱਦੇ ਤੇ ਡਿਬੇਟ ਨਹੀਂ ਕਰਦੇ। ਔਰ ਘੱਟ ਤੋਂ ਘੱਟ ਇਹਨਾਂ ਨੂੰ ਪਹਿਲਾਂ ਐਜੂਕੇਟ ਕਰ ਦਿਆ ਕਰੋ ਕਿਹੜੇ ਮੁੱਦੇ ਤੇ ਡਿਬੇਟ ਕਰਨੀ ਆ। ਔਰ ਉਹ ਮੇਰੇ ਤੇ ਪਰਸਨਲ ਅਟੈਕ ਕਰ ਰਹੇ ਸੀ, ਮੈਂ ਬੜਾ ਹਰਟ ਹੋਇਆ ਉਹਦੇ ਨਾਲ। ਔਰ ਉਹਨਾਂ ਨਾਲ ਕਦੇ ਮੇਰੀ ਇਕੱਲੇ ਦੀ ਡਿਬੇਟ ਕਰਵਾ ਲਓ, ਮੈਂ ਉਹਨਾਂ ਦੀ ਸਾਰੀਆਂ ਗੱਲਾਂ ਦੇ ਜਵਾਬ ਦੇ ਦੂੰਗਾ, ਇਹੀ ਜੀ ਕੋਈ ਗੱਲ ਨਹੀਂ ਹੈ। ਤੇ ਮੈਂ ਇਹ ਕਹਿਣਾ ਕਿ ਇੱਕ ਆਮ ਆਦਮੀ ਪਾਰਟੀ ਤੋਂ ਵੀ ਪੰਜਾਬ ਨੂੰ ਬਚਾਉਣਾ ਜ਼ਰੂਰੀ ਹੈ, ਬਾਕੀ ਲੜਾਈਆਂ 'ਚ ਨਾ ਰਹਿ ਜਾਣ ਸਾਰੇ। ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲੇ ਹੋਏ ਆ। ਅੱਜ ਦੀ ਡਿਬੇਟ ਤੋਂ ਸਾਫ਼ ਪਤਾ ਲੱਗ ਗਿਆ ਕਿ ਇੱਕ ਦੂਜੇ ਨੂੰ ਕਿਸ ਤਰ੍ਹਾਂ ਇਹ ਬਚਾਉਂਦੇ ਆ ਔਰ ਪੰਜਾਬ ਸਰਕਾਰ ਦੀਆਂ ਗਲਤ ਗੱਲਾਂ ਨੂੰ ਵੀ ਬਚਾਉਂਦੇ ਆ, ਔਰ ਇਹ ਮਿਲ ਕੇ ਇੱਕ ਦੂਜੇ ਨਾਲ ਖੇਡਣਾ ਚਾਹੁੰਦੇ ਆ। ਉਹ ਇਹ ਗੇਮ ਅਸੀਂ ਨਹੀਂ ਚੱਲਣ ਦੇਣੀ ਇਹਨਾਂ ਦੀ, ਇਸ ਵਾਰ ਰੋਕਾਂਗੇ ਜ਼ਰੂਰ। ਠੀਕ ਹੈ ਚਲੋ, ਮੇਰੇ ਕੋਲ ਸਮਾਂ ਖਤਮ ਹੋ ਗਿਆ ਹੈ। ਬਾਬ ਜੀ ਇੱਕ ਛੋਟਾ ਜਿਹਾ ਕਮੈਂਟ ਤੁਹਾਡਾ, 20 ਸੈਕਿੰਡ ਪਲੀਜ਼, ਇਸ ਤੋਂ ਜ਼ਿਆਦਾ ਨਾ ਲਿਓ, ਸਮਾਂ ਖਤਮ ਹੋ ਗਿਆ। ਗੌਰਵ ਜੀ, ਪਹਿਲਾਂ ਬਾਬ ਜੀ ਤੋਂ ਇੱਕ ਕਮੈਂਟ ਹੋਰ ਲੈ ਲਓ ਵੀ ਜੋ ਦਿੱਲੀ 'ਚ ਦਰਿੰਦਗੀ ਹੋਈ ਹੈ, ਪੰਜਾਬ ਤਾਂ ਇਹਨਾਂ ਨੂੰ ਬਹੁਤ ਚਿੰਤਾ ਹੈ, ਦਿੱਲੀ ਦੀ ਦਰਿੰਦਗੀ ਦਾ ਵੀ ਜਵਾਬ ਲਓ ਜਿਹੜੀ ਇੱਕ ਮਹਿਲਾ ਨਾਲ ਹੋਈ ਹੈ। ਉੱਥੇ ਕੇਜਰੀਵਾਲ ਕਿਉਂ ਚੁੱਪ ਹੋ ਗਿਆ, ਉਹ ਵੀ ਇਹਨਾਂ ਨੂੰ ਪੁੱਛੋ। ਐਕਸੈਪਟ ਇਸ ਚੈਲੰਜ, ਜਦੋਂ ਮਰਜ਼ੀ ਬਿਠਾ ਲਿਓ ਮੈਨੂੰ ਗਰੇਵਾਲ ਸਾਹਿਬ ਨਾਲ, ਮੈਂ ਬਹਿ ਕੇ ਗੱਲ ਕਰ ਲੂੰ। ਨਹੀਂ ਉਹਨਾਂ ਨੂੰ ਉਹ ਆਹਤ ਹੋਏ ਆ ਜਿਵੇਂ ਤੁਸੀਂ ਨਿੱਜੀ ਟਿੱਪਣੀਆਂ ਕਰ ਦਿੱਤੀਆਂ ਜਾਂ ਪਰਸਨਲ। ਮੈਂ ਕਹਿੰਦਾ ਜੀ ਆਹਤ ਅਸੀਂ ਹੋਏ ਆ। ਗੌਰਵ ਜੀ, 750 ਸਾਡਾ ਬੰਦਾ ਮਰ ਗਿਆ। ਇਹ ਕਹਿੰਦੇ ਖਾਲਿਸਤਾਨੀ ਨੇ, ਇਹ ਕਹਿੰਦੇ ਨਕਸਲੀ ਨੇ, ਇਹ ਕਹਿੰਦੇ ਇਹਨਾਂ ਦੇ ਛਿੱਤਰ ਪੈਣ ਵਾਲੇ ਆ, ਇਹ ਕਹਿੰਦੇ ਪਰਸਨਲ ਅਟੈਕ। ਆਹਤ ਹੋਏ ਨੇ, ਕਮਾਲ ਦੀ ਗੱਲ ਹੈ। ਅਸੀਂ ਨਹੀਂ ਆਹਤ ਹੋਏ ਸਵਾ ਸਾਲ ਤੋਂ ਸਾਡੇ ਲੋਕ ਨਹੀਂ ਮਰੇ, ਕਮਾਲ ਕਰੀ ਜਾਂਦੇ ਨੇ। ਅਰੇ ਡਿਬੇਟ ਤੇ ਕਿਹੜੀ ਤੇ ਆਇਆ ਉਹ ਗੱਲ ਕਰ ਯਾਰ, ਫालतू ਦੀ ਗੱਲ ਕਰ ਰਿਹਾ। ਇਹਨੂੰ ਬੋਲਣਾ ਸਮਝਾਓ ਇਹਨੂੰ। ਕਰੋ ਜੀ, ਤੂੰ 700 ਮਾਰਤੇ ਅਸੀਂ ਮਾਰਤੇ, ਮਰਜ਼ੀ ਮਿਲ ਲਿਓ, ਜਦੋਂ ਮਰਜ਼ੀ ਟੱਕਰ ਲਿਓ, ਤੂੰ ਨਾ ਕਰੋ। ਉਹ ਟੱਕਰ ਨਹੀਂ ਯਾਰ, ਜਦੋਂ ਟੱਕਰਨਾ ਤੇਰੇ ਵਰਗੇ ਬਦਮਾਸ਼ ਮੈਂ ਬਥੇਰੇ ਦੇਖਦਾ, ਆਪਦੇ ਆਪ ਚ ਬਦਮਾਸ਼ ਬਣਦਾ। ਦੱਸੋ ਆ ਲਓ, ਤੂੰ ਤੇ ਆ ਗਿਆ। ਲਓ ਪਰਸਨਲ ਮੈਨੂੰ ਕਹਿੰਦੇ ਆ ਲਓ, ਆ ਦੇਖ ਲਓ ਅਸਲੀਅਤ, ਦੇਖ ਲਓ ਅਸਲੀਅਤ, ਦੇਖ ਲਓ। ਗੌਰਵ ਜੀ, ਗਰੇਵਾਲ ਸਾਹਿਬ ਤੋਂ ਦਿੱਲੀ ਦੀ ਦਰਿੰਦਗੀ ਦਾ ਵੀ ਜਵਾਬ ਲੈ ਲਓ ਬਾਬ ਗਰੇਵਾਲ ਜੀ ਤੋਂ। ਦਿੱਲੀ ਦੇ ਵਿੱਚ ਜੋ ਇੱਕ ਮਹਿਲਾ ਨਾਲ ਹੋਇਆ, ਪੰਜਾਬ ਦੀ ਤਾਂ ਕੇਜਰੀਵਾਲ ਨੂੰ ਬਹੁਤ ਚਿੰਤਾ ਹੈ। ਉੱਥੇ ਦਿੱਲੀ ਦੇ ਵਿੱਚ ਕੀ ਹਾਲਾਤ ਨੇ, ਉਹਦਾ ਵੀ ਜਵਾਬ ਲੈ ਲਓ ਇਹਨਾਂ ਤੋਂ। ਵਿਚਾਲੇ ਰੋਕ ਰਿਹਾ, ਮੇਰੇ ਕੋਲ ਸਮਾਂ ਗਰੇਵਾਲ ਸਾਹਿਬ ਤੋਂ ਵੀ ਜਵਾਬ ਲੈ ਲਓ। ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਇਸ ਚਰਚਾ ਦੇ ਵਿੱਚ ਅੱਜ ਸ਼ਾਮਲ ਹੋਣ ਦੇ ਲਈ। ਬਹੁਤ ਸਾਰੇ ਸਵਾਲ ਹੁੰਦੇ ਨੇ ਤੇ ਜਵਾਬ ਕਈ ਵਾਰ ਰਹਿ ਵੀ ਜਾਂਦੇ ਨੇ, ਪਰ ਸਿਆਸਤ ਦੇ ਵਿੱਚ ਇੱਕ ਨਵਾਂ ਟ੍ਰੈਂਡ ਇਹ ਵੀ ਹੈ ਕਿ ਸਵਾਲ ਦਾ ਜਵਾਬ ਦੇਣ ਦੀ ਥਾਂ ਸਵਾਲ ਦੇ ਜਵਾਬ ਦੇ ਵਿੱਚ ਇੱਕ ਨਵਾਂ ਸਵਾਲ ਪੁੱਛ ਲਿਆ ਜਾਵੇ। ਜੋ ਪੋਲੀਟੀਕਲ ਪਾਰਟੀ ਆ ਉਹਨਾਂ ਦੇ ਨੁਮਾਇੰਦੇ ਪਿਛਲੇ ਕੁਝ ਸਮੇਂ ਤੋਂ ਬਹੁਤ ਤਰੀਕੇ ਨਾਲ ਕਰਦੇ ਆ ਰਹੇ ਨੇ। ਖੈਰ ਹੁਣ ਸਵਾਲ ਇਹੀ ਹੈ ਕਿ ਬਦਲਾਖੋਰੀ ਦਾ ਪੈਮਾਨਾ ਕਿ ਕਿਸੇ ਪੋਲੀਟੀਕਲ ਪਾਰਟੀ ਜਾਂ ਕਿਸੇ ਪੋਲੀਟੀਕਲ ਆਗੂ ਦੇ ਲਈ ਵੱਖਰਾ ਹੋ ਸਕਦਾ ਹੈ। ਜੇ ਛਾਪੇ ਪਏ ਜਾਂ ਕਾਰਵਾਈ ਹੋਈ ਜਾਂ ਪਰਚਾ ਹੋਇਆ ਤਾਂ ਕਿ ਇਹ ਸਾਰੇ ਚੋਣਾਂ ਦੇ ਨਾਲ ਨਾ ਜੋੜੇ ਜਾਣ। ਜੇ ਜੋੜੇ ਜਾ ਰਹੇ ਨੇ ਤਾਂ ਉਸ ਦੇ ਉੱਤੇ ਵੀ ਸਵਾਲ ਨੇ, ਜੇ ਨਾ ਜੋੜੇ ਜਾਣ ਤਾਂ ਉਸ ਦੇ ਉੱਤੇ ਵੀ ਸਵਾਲ ਨੇ। ਖੈਰ ਇੱਕ ਸ਼ਬਦ ਦਾ ਵਾਰ-ਵਾਰ ਇਸਤੇਮਾਲ ਹੋ ਰਿਹਾ, ਪੋਲੀਟੀਕਲ ਵੈਂਡੇਟਾ ਹੈ ਨਹੀਂ ਹੈ, ਇਹ ਪੰਜਾਬ ਦੀ ਜਨਤਾ ਡਿਸਾਈਡ ਕਰੇਗੀ 20 ਫਰਵਰੀ ਦੇ ਦਿਨ। ਫਿਲਹਾਲ ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ